ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ। ਪੰਜਾਬ ਐਬਰੋਡ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਸਰ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੇਖੋ, ਹਰ ਵਾਰ ਤੁਹਾਡੇ ਵਾਸਤੇ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ ਨੇ ਸਾਡੇ ਦਰਸ਼ਕਾਂ ਵੱਲੋਂ, ਔਰ ਤੁਸੀਂ ਜਵਾਬ ਦੇਣੇ ਹੁੰਦੇ ਆ। ਅੱਜ ਬਹੁਤ ਟਫ ਸਵਾਲ ਹੈ ਜਿੱਥੋਂ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ। ਜੀ ਜੀ। ਕਹਿੰਦੇ ਨੇ ਕਿ ਅਮਰੀਕਾ ਵਾਸਤੇ ਜਦੋਂ ਤੁਸੀਂ ਵੀਜ਼ਾ ਲੈਣਾ ਤੇ ਤੁਸੀਂ ਜਦੋਂ ਫੀਸ ਜਮ੍ਹਾਂ ਕਰਾਉਂਦੇ ਹੋ, ਉਹਦੀ ਡੇਟ ਹੁੰਦੀ ਹੈ 1 ਈਅਰ, 1 ਸਾਲ ਦੇ ਅੰਦਰ ਸਭ ਕੁਝ ਤੈਅ ਹੋ ਜਾਣਾ ਚਾਹੀਦਾ। ਪਰ ਡਿਊ ਟੂ 19 ਵਾਇਰਸ ਬਹੁਤ ਸਾਰੀਆਂ ਡਿਲੇ ਹੋ ਰਹੀਆਂ ਨੇ, ਬੈਕਲੌਗ ਵੀ ਬਹੁਤ ਜ਼ਿਆਦਾ, ਤੇ 1.5 ਸਾਲ ਤੋਂ 2 ਸਾਲ ਹੋ ਚੁੱਕੇ ਨੇ, ਅਪਾਇੰਟਮੈਂਟ ਵਾਸਤੇ ਕੋਈ ਡੇਟ ਨਹੀਂ ਹੈ। ਹੁਣ ਉਹ ਜਿਹੜੀ ਫੀਸ ਦਾ ਟਾਈਮ 1 ਈਅਰ ਹੈ, ਐਕਸਪਾਇਰ ਹੋ ਗਿਆ ਤੇ ਉਹ ਫੀਸ ਗਈ, ਪੈਸੇ ਗਏ। ਹੁਣ ਨਵੇਂ ਸਿਰਿਓਂ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਸਾਡੇ ਕਈ ਦਰਸ਼ਕ ਜੋ ਇਹ ਸਵਾਲ ਪੁੱਛ ਰਹੇ ਨੇ। ਨਹੀਂ ਸੰਦੀਪ ਜੀ, ਇੱਦਾਂ ਦਾ ਕੁਝ ਨਹੀਂ ਹੈ। ਬੇਸਿਕਲੀ US ਬਿਕੋਜ਼ ਇਸ ਸਿਚੁਏਸ਼ਨ 'ਚ ਤਕਰੀਬਨ ਸਾਰੀਆਂ ਕੰਟਰੀ ਸਮਝਦਾਰ ਨੇ ਔਰ ਪ੍ਰੈਕਟੀਕਲੀ ਰਿਲੀਫ ਦਿੱਤੀ ਗਈ ਸੀ। ਔਰ ਇਹ ਹੁਣ ਦੀ ਰਿਲੀਫ ਨਹੀਂ, ਕਾਫੀ ਸਮਾਂ ਹੋ ਗਿਆ। ਜਦੋਂ ਸਾਡਾ ਪਹਿਲਾ ਸਾਲ ਹੀ ਲੰਘਿਆ ਸੀ ਕੋਵਿਡ ਦੇ ਵਿੱਚ, ਜਦੋਂ ਅਸੀਂ 19-20 ਦੇ ਵਿੱਚ 20 ਤੋਂ 21 ਦੇ ਵਿੱਚ ਵਾਲੇ ਸਮੇਂ ਦੇ ਵਿੱਚ ਚੱਲ ਰਹੇ ਸੀ, ਉਸੇ ਸਮੇਂ ਦੇ ਵਿੱਚ US ਐਮਬੈਸੀ ਵੱਲੋਂ ਆ ਗਈਆਂ ਸੀ ਅਪਡੇਟਸ ਕਿ ਤੁਹਾਡੀ ਜਿਹੜੀ ਫੀਸ ਦੀ ਵੈਲਿਡਿਟੀ 2 ਸਾਲ ਹੋਰ ਹੋ ਗਈ ਹੈ। ਉਸ ਤੋਂ ਬਾਅਦ ਫਰਦਰ ਕਿਉਂਕਿ ਸਮਾਂ ਹੋਰ ਵੀ ਐਕਸਟੈਂਡ ਹੋਇਆ ਔਰ ਹਾਲੇ ਤੱਕ ਵੀ ਜਿਹੜੀਆਂ ਅਪਾਇੰਟਮੈਂਟਸ ਜਿਹੜੀਆਂ ਲਾਈਕ B1 B2 ਦੀਆਂ ਓਪਨ ਨਹੀਂ ਹੋਈਆਂ ਔਰ ਹਾਲੇ ਉੱਪਰ ਉਸ ਤੋਂ ਉੱਪਰ ਦੁਬਾਰਾ ਦੇ ਉੱਪਰ ਕਦੀ ਕਲੈਰਿਟੀ ਨਹੀਂ ਆਈ। ਓਕੇ, ਬਟ ਅਸੀਂ ਹਾਲੇ ਤੱਕ ਵੇਖਦੇ ਹਾਂ ਕਿ ਕਿਸੇ ਵੀ ਐਪਲੀਕੈਂਟ ਦੀ ਹਾਲੇ ਤੱਕ ਕੋਈ ਵੀਜ਼ਾ ਜਿਹੜੀ ਉਹ ਫੀਸ ਹੈ ਜਿਹੜੀ ਅਸੀਂ ਐਕਸਿਸ ਬੈਂਕ ਜਾ ਕੇ ਭਰਦੇ ਹਾਂ ਉਹ ਐਕਸਪਾਇਰ ਨਹੀਂ ਹੋਈ ਪਈ। ਸੋ ਸਾਰੀਆਂ ਫੀਸ ਜਿਹੜੀਆਂ ਐਕਟਿਵ ਨੇ। ਬੇਸਿਕਲੀ ਜਦੋਂ ਅਸੀਂ US ਐਮਬੈਸੀ ਦੀ ਫੀਸ ਭਰਦੇ ਹਾਂ, ਐਕਸਿਸ ਬੈਂਕ ਦੇ ਵਿੱਚ ਜਾ ਕੇ ਭਰਦੇ ਹਾਂ। ਬਾਕੀ ਹੋਰ ਵੀ ਤਰੀਕੇ ਨੇ, ਬਟ ਜਿਹੜਾ ਸਭ ਤੋਂ ਕਾਮਨ ਪ੍ਰੈਫਰਡ ਹੈ ਜਿਹੜੇ ਇੰਡੀਆ ਦੇ ਜਿਹੜੇ ਟੂਰਿਸਟ ਲੋਕ ਅਪਲਾਈ ਕਰਦੇ ਨੇ, ਸੋ ਐਕਸਿਸ ਬੈਂਕ 'ਚ ਜਾ ਕੇ ਅਪਲਾਈ ਕਰਦੇ ਆ, ਫੀਸ ਭਰਦੇ ਨੇ $160। ਉਹਦੇ ਬਦਲੇ ਇੱਕ ਬਾਰਕੋਡ ਹੁੰਦਾ, ਉਹ ਐਕਟਿਵ ਹੋ ਜਾਂਦਾ ਹੈ। ਔਰ ਜਿਹੜੀ ਤੁਹਾਡੀ ਐਮਬੈਸੀ ਸਾਈਟ ਹੈ ਜਿੱਥੋਂ ਤੁਸੀਂ ਅਪਾਇੰਟਮੈਂਟ ਸ਼ਡਿਊਲ ਕਰਨੀਆਂ ਨੇ US ਟਰੈਵਲ ਡੌਕਸ ਦੇ ਉੱਪਰ, ਉੱਥੇ ਉਹ ਫੀਸ ਦੀ ਰਿਸਿਪਟ ਆਟੋਮੈਟਿਕਲੀ ਅਪਡੇਟ ਹੋ ਜਾਂਦੀ ਹੈ। ਉਹ ਅਪਡੇਟ ਹੋਏਗੀ ਤੇ ਤੁਸੀਂ ਅਗਲੇ ਸੈਕਸ਼ਨ 'ਚ ਮੂਵ ਕਰਦੇ ਹੋ ਜਿੱਥੇ ਤੁਸੀਂ ਐਕਚੁਅਲ ਅਪਾਇੰਟਮੈਂਟਸ ਬੁੱਕ ਕਰਦੇ ਹੋ। ਔਰ ਕਿਸੇ ਵੀ ਐਪਲੀਕੈਂਟ ਦੀ, ਮੈਂ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਐਪਲੀਕੇਸ਼ਨ ਅਸੀਂ ਲਗਾਤਾਰ ਵੇਖਦੇ ਹਾਂ, ਔਰ ਕਿਸੇ ਵੀ ਐਪਲੀਕੈਂਟ ਦੀ ਜਿਹੜੀ ਪ੍ਰੀਵੀਅਸ ਫੀਸ ਆ ਉਹ ਵੈਲਿਡ ਹੈ। ਔਰ ਹਾਲੇ ਤੱਕ ਕਿਸੇ ਦੀ ਵੀ ਇਦਾਂ ਦੀ ਕੋਈ ਫੀਸ ਐਕਸਪਾਇਰ ਹੋਣ ਵਾਲੀ ਨਾ ਤੇ ਸਿਚੁਏਸ਼ਨ, ਨਾ ਹੀ ਇਦਾਂ ਦੀ ਸਟੋਰੀ ਆ। ਇਨ ਕੇਸ ਉਹ ਸਮਾਂ ਜਿਹੜਾ ਪ੍ਰੀਵੀਅਸ ਅਲਾਟ ਕੀਤਾ, ਐਲੋਕੇਟ ਕੀਤਾ ਸੀ, ਲੰਘ ਵੀ ਜਾਂਦਾ ਹੈ। ਤੇ ਜਿੱਦਾਂ ਕਿ ਆਮ ਸ਼ੋਰ ਕਿ ਜਦੋਂ ਹੁਣ ਸਾਡੇ ਕੋਲ ਜੁਲਾਈ ਅਗਸਤ ਦੇ ਵਿੱਚ ਅਪਾਇੰਟਮੈਂਟਸ ਓਪਨ ਹੋਣ ਦੀਆਂ ਜਿਹੜੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਸੋ ਅਗਰ ਜਦੋਂ ਕਿ ਇਹ ਓਪਨ ਹੋਣਗੀਆਂ ਉਦੋਂ ਜਿਹੜੀ ਅਗਰ ਉਸ ਸਮੇਂ ਦੇ ਪਹਿਲਾਂ ਵੀ ਕਿਸੇ ਦੀ ਐਕਸਪਾਇਰ ਹੋ ਜਾਂਦੀ ਹੈ, ਆਈ ਡੋਂਟ ਬਲੀਵ ਕਿ ਇਸ ਤਰੀਕੇ ਦੀ ਜਿਹੜੀ ਇੰਟੀਮੇਸ਼ਨ ਐਮਬੈਸੀ ਨੂੰ ਨਹੀਂ ਹੋਏਗੀ। ਸੋ ਲਾਈਕ ਇਹਨਾਂ ਦੇ ਐਲਗੋਰਿਦਮ ਇਸ ਤਰੀਕੇ ਨਾਲ ਡਿਜ਼ਾਈਨ ਕਰ ਦਿੱਤੇ ਜਾਣਗੇ ਕਿ ਜਿਹੜੀਆਂ ਤੁਹਾਡੀਆਂ ਫੀਸਾਂ ਪੇਡ ਹੈ ਉਹ ਐਕਟਿਵ ਰਹਿਣਗੀਆਂ ਜਦ ਤੱਕ ਤੁਸੀਂ ਉਹ ਯੂਜ਼ ਨਹੀਂ ਕਰਦੇ। ਓਕੇ, ਹਾਂ, ਅਗਰ ਸਟੂਡੈਂਟਸ ਦੀ ਕਹਾਣੀ, ਸਟੂਡੈਂਟਸ ਦੀ ਜਿਹੜੀ ਸਰਵਿਸ ਆ ਉਹ 1 ਸਾਲ ਲਈ ਹੀ ਵੈਲਿਡ ਹੈ। $350 ਸਟੂਡੈਂਟ ਪੇ ਕਰਦਾ ਹੈ। ਸਰਵਿਸ ਫੀਸ ਹੈ ਉਹ 1 ਸਾਲ ਲਈ ਵੈਲਿਡ ਰਹਿੰਦੀ ਹੈ। ਬਟ ਜਿਹੜੀ ਐਕਸਿਸ ਬੈਂਕ ਦੀ ਫੀਸ ਹੈ, ਐਮਬੈਸੀ ਦੀ ਫੀਸ ਹੈ, ਔਰ ਉਹ ਸਿਰਫ ਤੇ ਸਿਰਫ ਅਗਰ ਤੁਸੀਂ ਨਹੀਂ ਯੂਜ਼ ਕੀਤੀ ਉਹ ਵੈਲਿਡ ਹੈ। ਅਗਰ ਤੁਸੀਂ 1 ਸਾਲ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਨਹੀਂ ਯੂਜ਼ ਕਰਦੇ ਤਾਂ ਐਕਸਪਾਇਰ ਹੋ ਜਾਂਦੀ ਸੀ। ਬਟ ਹੁਣ ਅਗਰ ਨਹੀਂ ਯੂਜ਼ ਹੋ ਪਾਈ ਹੈ ਤਾਂ ਉਹਦੇ 'ਚ ਕਿਸੇ ਵੀ ਸਟੂਡੈਂਟ ਦੀ ਜਾਂ ਕਿਸੇ ਦੀ ਵੀ ਐਪਲੀਕੈਂਟ ਦੀ ਹਾਲੇ ਤੱਕ ਉਹ ਐਕਸਪਾਇਰੀ ਨਹੀਂ ਹੋਈ। ਸੋ ਅਲਟੀਮੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੇ 'ਚ ਫਰਦਰ ਹੋ ਸਕਦਾ ਸਾਨੂੰ ਕੋਈ ਨੋਟੀਫਿਕੇਸ਼ਨ ਵੀ ਆ ਜਾਵੇ। ਬਟ ਐਜ਼ ਆਫ ਨਾਓ ਇਹ ਪੁਰਾਣੇ ਨੋਟੀਫਿਕੇਸ਼ਨ ਜਿਹੜਾ ਕੋਵਿਡ ਦੇ ਸਮੇਂ ਦੇ ਵਿੱਚ ਇੱਕ ਵਾਰੀ ਪਹਿਲਾਂ ਆ ਚੁੱਕਾ ਹੈ। ਸੋ ਨੋ ਹਾਰਮ, ਬਿਲਕੁਲ ਠੀਕ ਜਾਏਗਾ ਸਭ। ਬਿਲਕੁਲ ਦੁਬਾਰਾ ਫੀਸਾਂ ਨਹੀਂ ਪੇ ਕਰਨੀਆਂ ਪੈਣਗੀਆਂ। ਰਾਈਟ। ਤਾਂ ਕੋਈ ਹੋਰ ਮੁਲਕ ਵੀ ਹੈ ਜੋ ਇਸ ਤਰ੍ਹਾਂ ਦੀ ਫੈਸਿਲਿਟੀ ਦੇ ਸਕਦਾ ਜਾਂ ਹਰ ਥਾਂ ਦੇ ਉੱਤੇ ਸੇਮ ਚੀਜ਼ਾਂ ਐਪਲੀਕੇਬਲ ਨੇ? ਨਹੀਂ, ਕੈਨੇਡਾ ਨੇ ਵੀ ਰੀਸੈਂਟਲੀ, ਹਾਲੇ 2-3 ਦਿਨ ਪਹਿਲਾਂ ਦੀ ਗੱਲ ਹੈ, ਕੈਨੇਡਾ ਨੇ ਬਹੁਤ ਚੰਗੀ ਰਿਲੀਫ ਦਿੱਤੀ ਹੈ। ਕੈਨੇਡਾ ਨੇ ਸਟੂਡੈਂਟਸ, ਜਿਹੜੇ ਸਟੂਡੈਂਟਸ ਦਾ ਵਰਕ ਪਰਮਿਟ ਇਸ ਸਾਲ 'ਚ ਐਕਸਪਾਇਰ ਹੋਏਗਾ, ਇਹ ਆਲਰੇਡੀ ਕੈਨੇਡੀਅਨ ਸਟੂਡੈਂਟਸ ਆ, ਜਿਹੜੇ ਪੰਜਾਬ ਦੇ ਸਟੂਡੈਂਟਸ ਆ, ਜਿਹੜੇ ਆਸੇ-ਪਾਸੇ ਸਟੂਡੈਂਟਸ ਆ, ਜਿਹੜੇ ਕੈਨੇਡਾ 'ਚ ਆਲਰੇਡੀ ਪੜ੍ਹ ਰਹੇ ਆ। ਸੋ ਉਹ ਸਾਰੇ ਦੇ ਸਾਰੇ ਸਟੂਡੈਂਟਸ ਜਿਨ੍ਹਾਂ ਦਾ ਵਰਕ ਪਰਮਿਟ ਇਸ ਸਾਲ ਦੇ ਜਨਵਰੀ ਤੋਂ ਲੈ ਕੇ ਦਸੰਬਰ 22 ਤੱਕ, ਅਗਰ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੁੰਦਾ ਆ ਔਰ ਉਹ ਜਿਹੜਾ ਵਰਕ ਪਰਮਿਟ ਆ ਉਹ 1.5 ਸਾਲ ਲਈ ਆਟੋਮੈਟਿਕਲੀ ਐਕਸਟੈਂਸ਼ਨ ਹੈਗੀ ਆ। ਸੋ ਇਹ ਜਿਹੜਾ ਬੇਸਿਕਲੀ ਵਰਕ ਪਰਮਿਟ ਦਾ ਸਿਲਸਿਲਾ ਕੀ ਹੁੰਦਾ ਕਿ ਕੈਨੇਡਾ ਇੱਕ ਐਸਾ ਮੁਲਕ ਹੈ ਜਿਹੜਾ ਸਟੂਡੈਂਟਸ ਨੂੰ ਬੇਸਿਕਲੀ PR ਦੀ ਸਹੂਲਤ ਦਿੰਦਾ ਕਿ ਸਟੂਡੈਂਟਸ ਆ ਕੇ ਸੈਟਲ ਹੋ ਜਾਣ, PR ਲੈ ਲੈਣ। ਔਰ ਸਟੂਡੈਂਟਸ ਦੇ ਕੋਲ ਪ੍ਰੈਕਟੀਕਲੀ ਕੰਮ ਕਰਨ ਦਾ ਮੌਕਾ ਨਹੀਂ ਰਿਹਾ, ਕਿਉਂਕਿ ਪੜ੍ਹਾਈ ਕੀਤੀ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਆਇਆ। ਜੇ ਵਰਕ ਪਰਮਿਟ 'ਚ ਵਰਕ ਹੈ ਨਹੀਂ ਸੀ ਤੇ ਤੁਹਾਡੇ ਕੋਲ ਜਿਹੜੀ ਪ੍ਰੈਕਟੀਕਲ ਜਿਹੜੀ ਤੁਸੀਂ ਅਡੈਪਟ ਹੋਣਾ ਸੀ ਉਸ এনवायरमेंट 'ਚ ਉਹ ਨਹੀਂ ਕਰ ਪਾਏ। ਉਸ ਤੋਂ ਬਾਅਦ ਜਿਹੜੀ ਜਿਹੜੇ ਤੁਹਾਡੇ ਵਰਕ ਪਰਮਿਟ ਵਾਲਾ ਟਾਈਮ ਸੀਗਾ, ਵਰਕ ਪਰਮਿਟ ਤੋਂ ਬਾਅਦ ਤੁਸੀਂ PR ਵਾਲੇ ਪਾਸੇ ਨੂੰ ਜਾਣਾ ਸੀਗਾ, ਸੋ ਤੁਹਾਡੇ ਕੋਲ ਆਹ ਪ੍ਰੈਕਟੀਕਲ ਨਹੀਂ ਹੋ ਪਾਇਆ ਤੇ ਇਸ ਕਰਕੇ PR ਵਾਲੇ ਪਾਸੇ ਨੂੰ ਵੀ ਜਿਹੜਾ ਸਟੂਡੈਂਟ ਆ ਉਹ ਜਾ ਨਹੀਂ ਸਕਦਾ। ਪਰ ਕਿਉਂਕਿ ਕੈਨੇਡਾ ਦਾ ਇੱਕ ਐਸਾ ਮੁਲਕ ਆ, ਕੈਨੇਡਾ ਅਸੀਂ ਆਪਣੀ ਭਾਸ਼ਾ 'ਚ ਕਹਿੰਦੇ ਹਨ ਬਾਈ 1 ਗੈਟ 1 ਫ੍ਰੀ, ਕਿ ਪਰਿਵਾਰ 'ਚ ਇੱਕ ਦਾ ਵੀਜ਼ਾ ਕੈਨੇਡਾ ਦਾ ਲੈ ਲਓ, ਸਾਰੇ ਦਾ ਸਾਰਾ ਟੱਬਰ ਤੁਸੀਂ ਵੇਖੋਗੇ ਹੌਲੀ ਹੌਲੀ
ਮਾਈਗ੍ਰੇਟ ਹੋ ਜਾਏਗਾ, ਮਤਲਬ ਪਰਮਾਨੈਂਟਲੀ ਜਾਣ ਵਾਲੇ ਪਾਸੇ ਨੂੰ ਹੋ ਜਾਂਦੇ ਆ। ਓਕੇ। ਸੋ ਕੈਨੇਡਾ ਨੇ ਆਪਣੀ ਇਹ ਜਿਹੜੀ ਉਹਦੀ ਰੂਪ ਆ, ਜਿਹੜੀ ਉਹਦੀ ਸਟਰਕਚਰਿੰਗ ਆ, ਇਹਨੂੰ ਬਰਕਰਾਰ ਰੱਖਿਆ ਹੈ। ਸੋ ਕੈਨੇਡਾ ਇੱਕ ਪੀਆਰ ਵਾਲਾ ਮੁਲਕ ਆ। ਕੈਨੇਡਾ ਦਾ ਜਿਹੜਾ ਆਊਟਕਮ ਆ ਉਹ ਅਲਟੀਮੇਟਲੀ ਸਟੂਡੈਂਟਸ ਨੂੰ ਪੀਆਰ ਦੇਣਾ ਆ, ਸੈਟਲਮੈਂਟ ਕਰਨਾ ਆ, ਫੈਮਲੀਜ਼ ਨੂੰ ਹੋਰ ਇੱਥੇ ਵਧਾਉਣਾ ਆ, ਕੈਨੇਡਾ ਦੀਆਂ ਪਾਪੂਲੇਸ਼ਨ ਨੂੰ ਗਰੋ ਅਪ ਕਰਨਾ ਤਾਂ ਕਿ ਕੈਨੇਡਾ ਦੇ ਰਿਸੋਰਸਿਸ ਗਰੋ ਅਪ ਹੋ ਸਕਣ, ਕੈਨੇਡਾ ਖੁਦ ਗਰੋ ਅਪ ਹੋ ਸਕੇ ਔਰ ਇੱਕ ਡਿਵੈਲਪ ਕੰਟਰੀ ਵਰਗਾ ਮਾਹੌਲ ਇੱਥੇ ਸਿਰਜਿਆ ਜਾ ਸਕੇ। ਸੋ ਇਹਦੀ ਜਿਹੜੀ ਬੇਸਿਕ ਖੁਰਾਕ ਆ ਉਹ ਹੈਗੀ ਪੀਆਰ। ਸੋ ਇਸ ਕਰਕੇ ਉਸ ਖੁਰਾਕ ਦੇ ਵਿੱਚ ਵਾਧਾ ਹੀ ਕੀਤਾ ਗਿਆ। ਸੋ 1.5 ਸਾਲ ਦਾ ਵਰਕ ਪਰਮਿਟ ਇਹਨਾਂ ਨੇ ਹੁਣ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਕੋਵਿਡ ਸ਼ੁਰੂਆਤ ਵੀ ਹੋਈ ਸੀ ਉਦੋਂ ਵੀ ਸਾਰੇ ਪਾਸੇ ਲਾਕਡਾਊਨ ਲੱਗਾ ਸੀ। ਸੋ ਕੈਨੇਡਾ ਇਸ ਤੋਂ ਪਹਿਲਾਂ ਵੀ ਇਹ ਚੀਜ਼ ਕਰ ਚੁੱਕਾ ਹੈ ਕਿ ਜਿਹੜੇ ਬੱਚਿਆਂ ਦੇ ਕੋਲ ਉਦੋਂ ਉਸ ਟਾਈਮ ਦੇ ਉੱਪਰ ਵਰਕਿੰਗ ਰਾਈਟਸ ਨਹੀਂ ਹੈਗੇ ਸੀ ਜਾਂ ਵਰਕ ਪਰਮਿਟ ਐਕਸਪਾਇਰ ਹੋਣ ਦੇ ਕੰਢੇ ਤੇ ਸੀਗੇ, ਉਹਨਾਂ ਨੂੰ ਅਗੇਨ ਉਹਦੇ 'ਚ ਵਾਧਾ ਦੇ ਦਿੱਤਾ ਗਿਆ ਸੀ। ਔਰ ਇਹ ਤਾਂ ਹੀ ਕੀਤਾ ਜਾਂਦਾ ਕਿ ਕੈਨੇਡਾ ਦੀ ਇੱਕ ਬੇਸਿਕ ਥਿਊਰੀ ਹੈ ਕਿ ਯੰਗ ਸਟੂਡੈਂਟ ਇੰਪੋਰਟ ਕਰੋ। 12/6/18 ਵਾਲਾ ਫਾਰਮੂਲਾ ਹੈ ਕਿ 12 ਪੜ੍ਹਿਆ 6 ਬੈਂਡ ਵਾਲਾ 18 ਸਾਲ ਦਾ ਸਟੂਡੈਂਟ। ਬਿਕੋਜ਼ ਇਸ ਯੰਗ ਸੋਲ ਨੂੰ ਲਾਈਕ ਜਿਹੜੇ ਸਟੂਡੈਂਟ ਨੂੰ ਤੁਸੀਂ ਕੈਨੇਡੀਅਨ এনवायरमेंट 'ਚ ਇੱਕਦਮ ਤੁਸੀਂ ਢਾਲਣਾ ਚਾਹੋ ਢਾਲ ਸਕਦੇ ਹੋ। ਸੋ ਤੁਸੀਂ ਉਹਨੂੰ ਰॉ ਵਰਕ ਫੋਰਸ ਬਣਾਉਣਾ ਚਾਹੋ ਬਣ ਜਾਏਗਾ। ਸੋ ਬਹੁਤ ਸਾਰਾ ਕੰਪਲੇਂਟਸ ਨਹੀਂ ਹੁੰਦੀਆਂ ਇਸ ਉਮਰ ਦੇ ਵਿੱਚ ਬਿਕੋਜ਼ ਬਹੁਤ ਟਫ ਸਰੀਰ ਹੁੰਦਾ। ਸੋ ਸਭ ਤੋਂ ਅਗਰ ਅਸੀਂ ਆਪਣੇ ਵਿੱਚ ਵੇਖੀਏ ਨਾ ਕਿ ਅਸੀਂ ਸਭ ਤੋਂ ਸਟਰੋਂਗੈਸਟ ਜਿਹੜਾ ਪੀਰੀਅਡ ਆ ਸਾਡੀ ਲਾਈਫ ਦਾ, ਤੋਂ ਅਸੀਂ ਇਸੇ ਉਮਰ 'ਚ ਹੀ ਹੋਈਦਾ ਜਦੋਂ ਤੁਹਾਡੀ ਹੈ 20-21 ਸਾਲ ਵਾਲੀ ਉਮਰ ਹੈ। ਸੋ ਤੁਸੀਂ ਉਹਦਾ ਟਫੈਸਟ ਮਤਲਬ ਕ੍ਰੀਚਰ ਹੋ ਪੂਰੀ ਦੁਨੀਆ ਵਿੱਚ ਜਿਹੜੀ ਤੁਹਾਡੀ ਆਪਣੀ ਬਾਡੀ ਹੈ। ਯੈਸ। ਸੋ ਇਸ ਕਰਕੇ ਤੁਹਾਡੀ ਅਡੈਪਟੇਬਿਲਿਟੀ ਵੀ ਕੁਇਕ ਹੋ ਜਾਂਦੀ ਹੈ। ਸੋ ਕੈਨੇਡਾ ਦਾ ਬੇਸਿਕ ਫਾਰਮੂਲਾ ਸੀਗਾ ਕਿ ਇੱਕ ਯੰਗ ਸਟੂਡੈਂਟ ਨੂੰ ਇੱਥੇ ਆ ਕੇ ਇਸ এনवायरमेंट 'ਚ ਮਤਲਬ ਉਹਨੂੰ ਸੰਭਾਲੀਏ, ਚਾਂਸ ਦਈਏ। ਯੈਸ। ਸੋ ਉਹਦੇ ਲਈ ਕੀ ਕੀਤਾ ਜਾਂਦਾ ਕਿ ਕੈਨੇਡਾ ਨੇ ਆਪਣੀ ਜਿਹੜੀ ਥਿਊਰੀ ਇਹ ਰੱਖੀ ਹੋਈ ਕਿ ਯੰਗ ਬੱਚਾ ਕੈਚ ਕਰੋ, ਉਹਦੇ ਉੱਪਰ ਐਜੂਕੇਸ਼ਨ ਦੇ ਉੱਪਰ ਇਨਵੈਸਟ ਕਰੋ ਜੋ ਕਿ ਸਟੂਡੈਂਟ ਖੁਦ ਹੀ ਕਰ ਰਿਹਾ। ਉਸ ਤੋਂ ਬਾਅਦ ਜਦੋਂ ਐਸੈਟ ਬਣਦਾ ਆ, ਐਸੈਟ ਦਾ ਮਤਲਬ ਹੈ ਕਿ ਜਦੋਂ ਕਮਾਉਣ ਵਾਲਾ ਹੋ ਗਿਆ, ਜਦੋਂ ਕਮਾਊ ਪੁੱਤਰ ਡਿਕਲੇਅਰ ਕਰਕੇ ਹੋ ਗਿਆ, ਇਸ ਤੋਂ ਪਹਿਲਾਂ ਤੁਸੀਂ ਉਹਨੂੰ ਵਰਕ ਪਰਮਿਟ ਵਰਕਿੰਗ ਰਾਈਟਸ ਦਿੱਤੇ ਆ ਕਿ ਉਹ ਹਾਲੇ ਆਪਣਾ ਕੈਲੀਬਰ ਸਿੱਧ ਕਰ ਰਿਹਾ। ਔਰ ਜਦੋਂ ਤੇ ਸਰਟੀਫਾਈ ਹੋ ਗਿਆ ਕਿ ਯੈਸ ਦਿਸ ਇਜ਼ ਦਾ ਗਾਈ ਹੂ ਇਜ਼ ਗੋਇੰਗ ਟੂ ਵਰਕ, ਇਹ ਫਿੱਟ ਹੈ ਬਿਲਕੁਲ ਕੰਮ ਕਰਨ ਵਾਲਾ, ਜਦੋਂ ਕਮਾਊ ਪੁੱਤਰ ਹੋ ਕੇ ਘਰ ਪੈਸੇ ਭੇਜਣ ਜੋਗਾ ਹੋਇਆ, ਉਦੋਂ ਕਹਿਣਾ ਨਹੀਂ ਤੂੰ ਸਾਡਾ ਪੁੱਤਰ ਬਣ ਜਾ। ਸੋ ਅਲਟੀਮੇਟਲੀ ਪੀਆਰ ਦੀ ਥਿਊਰੀ ਪੂਰੀ ਦੁਨੀਆ 'ਚ ਐਗਜ਼ੈਕਟਲੀ ਇਹੀ ਆ ਕਿ ਜਦੋਂ ਵੀ ਕਿਸੇ ਈਵਨ ਯੂਐਸ ਦੇ ਵਿੱਚ ਵੀ ਤੁਸੀਂ ਵੇਖੋਗੇ H1 ਦਾ ਮਤਲਬ ਐਗਜ਼ੈਕਟਲੀ ਇਹੀ ਹੁੰਦਾ ਕਿ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ, ਕਿ ਜਿਹੜੇ ਪੈਸਾ ਕਮਾ ਰਹੇ ਨੇ। ਸੋ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਯੂਕੇ ਦੇ ਵਿੱਚ ਵੀ ਹੁਣ ਪੜ੍ਹਾਈ ਤੋਂ ਬਾਅਦ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਹੈ। ਜਰਮਨੀ ਦੇ ਵਿੱਚ ਵੀ ਤੁਹਾਡੇ ਕੋਲ ਵਰਕ ਪਰਮਿਟ ਹੈ। ਆਸਟ੍ਰੇਲੀਆ ਦੇ ਵਿੱਚ ਵੀ ਤੁਹਾਡੇ ਕੋਲ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਹੈ। ਇਹ ਵਰਕ ਪਰਮਿਟ ਬੇਸਿਕਲੀ ਤੁਹਾਨੂੰ ਆਪਣੀ ਕਾਬਲੀਅਤ ਸਿੱਧ ਕਰਨ ਲਈ ਹੁੰਦਾ ਆ। ਜਿਹੜਾ ਸਟੂਡੈਂਟ ਆਪਣੀ ਕਾਬਲੀਅਤ ਸਿੱਧ ਕਰ ਦੇਗਾ, ਜਿਹੜਾ ਸਟੂਡੈਂਟ ਇਹ ਦੱਸ ਪਾਏਗਾ ਕਿ ਮੈਂ ਇੱਕ ਵੈਲਿਊਏਬਲ ਐਸੈਟ ਹਾਂ ਟੂ ਦਿਸ ਸੋਸਾਇਟੀ, ਕਿ ਮੈਂ ਹੁਣ ਇੱਥੋਂ ਦਾ ਕਮਾਊ ਪੁੱਤਰ ਹੈ। ਹਾਂਜੀ। ਸੋ ਇਹੀ ਸਟੈਪ ਅਗਾਂਹ ਪੀਆਰ ਵਾਲੇ ਪਾਸੇ ਨੂੰ ਜਾਂਦਾ ਆ। ਓਕੇ, ਮਤਲਬ ਇਹ ਹੈ ਕਿ ਹੁਣ ਤੂੰ ਸਾਡੇ ਕੋਲ ਰਹਿ ਤੇ ਪੈਸਾ ਪਿੱਛੇ ਨਹੀਂ ਭੇਜਣਾ ਆਪਣੇ ਘਰ, ਬਿਕਾਜ਼ ਸਾਡੀ ਸੋਸਾਇਟੀ ਬਹੁਤ ਟਰਾਂਸਫਾਰਮ ਹੋ ਗਈ। ਅਗਰ ਅਸੀਂ ਪਿਛਲੇ 10 ਸਾਲ ਦਾ ਸਮਾਂ ਵੇਖੀਏ, 10 ਸਾਲ ਤੋਂ ਪਹਿਲਾਂ ਜਿੰਨੇ ਵੀ ਐਪਲੀਕੈਂਟ ਜਾਂਦੇ ਸੀ ਉਹ ਸਾਰੇ ਜਾਂਦੇ ਸੀ 10 ਸਾਲ ਲਾ ਕੇ ਵਾਪਸ ਆਉਂਦੇ ਸੀ। ਤੁਹਾਡੀਆਂ ਜਿਹੜੀਆਂ ਪਿੱਛੇ ਬਾਈਂਡਿੰਗ ਟਾਈਜ਼ ਤੁਹਾਡੀਆਂ ਪਰਿਵਾਰ ਦੀਆਂ, ਜ਼ਮੀਨਾਂ ਦੀਆਂ, ਜਾਇਦਾਦਾਂ ਦੀਆਂ, ਖੇਤੀਬਾੜੀ ਦੀਆਂ, ਪਿੰਡਾਂ ਦੀਆਂ, ਰੌਣਕਾਂ ਦੀਆਂ, ਇਹ ਕਿਤੇ ਨਾ ਕਿਤੇ ਇੱਥੇ ਇਨਬਿਲਟ ਹੁੰਦਾ ਸੀ। ਔਰ ਪਿਛਲੇ 10 ਸਾਲਾਂ ਵਿੱਚ ਮਾਹੌਲ ਇੰਨਾ ਕੁ ਚੇਂਜ ਹੋ ਗਿਆ ਕਿ ਇਹ ਜਿਹੜੇ 10 ਸਾਲ ਦੇ ਟੈਨਿਓਰ 'ਚ ਜਿਹੜੇ ਸਟੂਡੈਂਟ ਗਏ ਆ, ਇਹ ਜਾ ਕੇ ਸੈਟਲ ਹੋਣਾ ਪਸੰਦ ਕਰਦੇ ਆ। ਇਹ ਆਪਣੀਆਂ ਫੈਮਲੀਜ਼ ਉੱਥੇ ਰੇਜ਼ ਕਰਨੀਆਂ ਪਸੰਦ ਕਰਦੇ ਆ। ਔਰ ਇਦਾਂ ਦੀ ਸਿਚੁਏਸ਼ਨਸ ਵੀ ਆ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਤੁਹਾਨੂੰ ਸਟੂਡੈਂਟਸ ਜਿਹੜੇ ਕਾਲਜਾਂ ਵਿੱਚ ਕਾਫੀ ਘੱਟ ਮਿਲਦੇ ਆ, ਬਿਕੋਜ਼ 12/6/18 ਵਾਲੀ ਥਿਊਰੀ ਨੇ ਕੰਮ ਕੀਤਾ ਹੈ ਕਿ ਜਿਹੜਾ 18 ਸਾਲ ਦਾ ਸਟੂਡੈਂਟ ਕੈਚ ਹੋਣ ਲੱਗ ਪਿਆ, ਕਾਲਜ ਤੱਕ ਜਾਣ ਦੀ ਉਹਦੀ ਜ਼ਰੂਰਤ ਖਤਮ ਕਰ ਦਿੱਤੀ ਗਈ। ਸੋ ਹੁਣ ਆਉਣ ਵਾਲਾ ਸਮਾਂ ਇਹ ਹੋਏਗਾ ਕਿ ਜਿਹੜੀਆਂ ਜਨਰੇਸ਼ਨਸ ਇੱਥੇ ਬੱਚੇ ਪੈਦਾ ਹੋ ਰਹੇ ਆ, ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਘੱਟ ਪੈਦਾ ਹੋਣ, ਬਿਕੋਜ਼ ਜਿਹੜੇ ਸਾਡੇ ਸਟੂਡੈਂਟ ਸੀਗੇ, ਜਿਹੜੀਆਂ ਨਵੀਆਂ ਜਨਰੇਸ਼ਨਸ ਆ, ਉਹ ਮੈਰਿਜ ਹੀ ਬਾਹਰ ਕਰ ਰਹੀਆਂ ਨੇ ਜਾਂ ਵਿਆਹ ਕਰਕੇ ਬਾਹਰ ਜਾ ਰਹੇ ਆ। ਸੋ ਅਲਟੀਮੇਟਲੀ ਜਿਹੜੇ ਬੱਚੇ ਆ ਉਹ ਬਾਹਰ ਪੈਦਾ ਹੋ ਰਹੇ ਆ। ਰਾਈਟ। ਉਹ ਕੈਨੇਡੀਅਨ ਜਾਂ ਲਾਈਕ ਉਸੇ ਮਾਹੌਲ ਦੇ ਬੱਚੇ ਪੈਦਾ ਹੋ ਰਹੇ ਆ। ਸੋ ਇਸ ਕਰਕੇ ਜਿਹੜਾ ਪਿੱਛੇ ਆਉਣ ਵਾਲਾ ਮੂਹ ਸੀਗਾ ਉਹ ਕਿਤੇ ਨਾ ਕਿਤੇ ਉਹਦੀ ਬ੍ਰੇਕ ਲੱਗਦੀ ਜਾਂਦੀ ਹੈ। ਔਰ ਆਉਣ ਵਾਲੇ ਕੁਝ ਸਾਲਾਂ ਵਿੱਚ ਤੁਸੀਂ ਵੇਖੋਗੇ ਕਿ ਸ਼ਾਇਦ ਹੋ ਸਕਦਾ ਕਿ ਜਿਹੜੇ ਸਕੂਲਸ ਆ ਉਹਨਾਂ ਵਿੱਚ ਵੀ ਬੱਚੇ ਕਾਫੀ ਘਟ ਜਾਣ, ਬਿਕੋਜ਼ ਅਸੀਂ ਗਵਰਨਮੈਂਟ ਵਾਲੀਆਂ ਤੇ ਵੇਖਦੇ ਹਾਂ ਤਰੀਕੇ ਕਿ ਦਿੱਲੀ ਦੇ ਸਕੂਲ ਭਰ ਗਏ, ਪੰਜਾਬ ਦੇ ਸਕੂਲ ਵੀ ਭਰ ਜਾਣਗੇ, ਬਟ ਪੰਜਾਬ ਦੇ ਵਿੱਚ ਓਡੇ ਡੈਂਸਲੀ ਪੋਪੂਲੇਟਡ ਸਟੂਡੈਂਟਸ ਨਹੀਂ ਹੈਗੇ। ਸੋ ਇੱਥੇ ਸਟੂਡੈਂਟ ਗਵਰਨਮੈਂਟ ਬਹੁਤ ਸਾਰਾ ਮਿਹਨਤ ਵੀ ਕਰੇਗੀ ਤੇ ਤਾਂ ਵੀ ਤੁਸੀਂ ਵੇਖੋਗੇ ਜਿਹੜੇ ਸਟੂਡੈਂਟਸ ਆ, ਜਿਹੜੇ ਸਕੂਲਸ ਆ, ਜਿਹੜੇ ਸਰਕਾਰੀ ਹੋਣਗੇ ਥੋੜੇ ਖਾਲੀ ਰਹਿਣਗੇ। ਸੋ ਇੱਕ ਐਸੀ ਸਿਚੁਏਸ਼ਨ ਵੱਲ ਅਸੀਂ ਸਾਰੇ ਵਧ ਰਹੇ ਹਾਂ ਕਿ ਜਿਹਦੇ ਉੱਪਰ ਸਾਨੂੰ
ਕਿਤੇ ਨਾ ਕਿਤੇ ਗੰਭੀਰਤਾ ਨਾਲ ਸੋਚਣਾ ਪਊਗਾ। ਹਾਲਾਂਕਿ ਸਾਡਾ ਬ੍ਰੈਂਡਡ ਬਟਰ ਇਹ ਹੈ, ਸਾਡਾ ਰੋਜ਼ੀ ਰੋਟੀ ਇਹ ਹੈ, ਬਟ ਇਹ ਚੀਜ਼ਾਂ ਜਿਹੜਾ ਫਰਕ ਆ, ਇਹ ਟਰਾਂਸਫਾਰਮੇਸ਼ਨ ਹੈ ਸਾਨੂੰ ਵੀ ਦਿਸ ਰਹੀ ਹੈ, ਔਰ ਇਸ ਸਮਾਜ ਦਾ ਹਿੱਸਾ ਹੋਣ ਕਰਕੇ ਸਾਡੇ ਵਿੱਚ ਵੀ ਉਹ ਚਿੰਤਾ ਹੈਗੀ ਆ। ਓਕੇ, ਮੈਂ ਇੱਕ ਚੀਜ਼ ਤੁਹਾਡੇ ਕੋਲੋਂ ਕਨਫਰਮ ਕਰਨਾ ਚਾਹੁੰਦਾ ਕਿ ਤੁਹਾਡੀ ਗੱਲਬਾਤ 'ਚ ਥੋੜਾ ਮੈਂ ਜੱਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਮਰੀਕਾ ਨੂੰ ਆਪਾਂ ਕਹਾਂਗੇ ਕਿ ਇਟਸ ਅ ਡਿਵੈਲਪਡ ਕੰਟਰੀ, ਠੀਕ ਹੈ ਨਾ, ਇੰਟਰਨੈਸ਼ਨਲ ਲੈਵਲ ਦੇ ਉੱਤੇ, ਕਿਉਂਕਿ ਵਰਲਡ ਪਾਵਰ ਹੈ। ਕੈਨੇਡਾ ਨੂੰ ਕੀ ਕਹਾਂਗੇ, ਇਜ਼ ਇਟ ਅ ਡਿਵੈਲਪਿੰਗ ਕੰਟਰੀ? ਕੈਨੇਡਾ ਹਾਲੇ ਡਿਵੈਲਪਿੰਗ ਕੰਟਰੀ ਹੈ। ਕੈਨੇਡਾ ਬੇਸਿਕਲੀ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਇਹ ਚਾਹਤ ਆ, ਇਸੇ ਕਰਕੇ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਆਪਣੇ ਰਿਸੋਰਸਿਸ ਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕਰੇ, ਬਿਕੋਜ਼ ਕੈਨੇਡਾ ਬਹੁਤ ਜ਼ਿਆਦਾ ਰਿਸੋਰਸਿਸ ਨੇ। ਤੁਸੀਂ ਲੈਂਡ ਸਾਈਜ਼ ਵੇਖੋਗੇ ਬਹੁਤ ਜ਼ਿਆਦਾ ਵੱਡਾ ਆ, ਔਰ ਕੈਨੇਡਾ ਦੀ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਖਤਮ ਹੋਣ ਵਾਲੀਆਂ ਨਹੀਂ ਆ। ਸੋ ਐਸਡੀਐਸ ਕੰਟਰੀਜ਼ ਆ, ਪਹਿਲਾਂ ਉਹਨਾਂ ਦੀ ਲਿਸਟ ਛੋਟੀ ਹੁੰਦੀ ਸੀ, ਹੁਣ ਉਹਨਾਂ ਦੀ ਲਿਸਟ ਵੀ ਕਾਫੀ ਵੱਡੀ ਹੋਈ ਜਾਂਦੀ ਹੈ। ਐਸਡੀਐਸ ਕੰਟਰੀਜ਼ ਮਤਲਬ ਜਿੱਥੇ ਡਾਕੂਮੈਂਟੇਸ਼ਨ ਦੀ ਬਹੁਤ ਘਾਟ ਹੋਵੇ ਤੇ ਤੁਹਾਡੇ ਸਟੂਡੈਂਟਸ ਨੂੰ ਲੈ ਲਿਆ ਜਾਵੇ। ਸੋ ਇੰਡੀਆ ਉਹਨਾਂ ਦੇ ਵਿੱਚੋਂ ਮੋਹਰੀ ਆ। ਸੋ ਇਸੇ ਤਰੀਕੇ ਨਾਲ ਹੁਣ ਕੁਝ ਕੈਰੀਬੀਅਨ ਆਈਲੈਂਡਸ ਵਾਲੇ ਕੰਟਰੀਜ਼ ਹਨ ਜਿਹੜੇ ਥੱਲੇ, ਸਾਊਥ ਅਮਰੀਕਨ ਕੰਟਰੀਜ਼ ਨੂੰ ਵੀ ਐਸਡੀਐਸ ਦੇ ਵਿੱਚ ਸ਼ਾਮਲ ਕੀਤਾ ਗਿਆ। ਸੋ ਅਲਟੀਮੇਟਲੀ ਸਭ ਚੀਜ਼ਾਂ ਦਾ ਮਤਲਬ ਇਹੀ ਹੈ ਕਿ ਕੈਨੇਡਾ ਜਿੰਨਾ ਭਰੇਗਾ, ਜਿੰਨਾ ਵਧੇਗਾ, ਉਨਾ ਹੀ ਜ਼ਿਆਦਾ ਗਰੋ ਕਰੇਗਾ, ਉਨਾ ਜ਼ਿਆਦਾ ਪਾਵਰਫੁਲ ਹੋਏਗਾ। ਬਿਕੋਜ਼ ਅਸਲੀ ਤਾਕਤ ਜਿਹੜੀ ਅਸੀਂ ਪੰਜਾਬ ਦੇ ਲੋਕ ਨਹੀਂ ਜਾਣਦੇ, ਅਸਲੀ ਤਾਕਤ ਯੂਥ ਦੇ ਨਾਲ ਹੈ। ਅਸਲੀ ਤਾਕਤ ਜਿਹੜੀ ਆ ਉਹ ਤੁਹਾਡੀ ਪਾਪੂਲੇਸ਼ਨ ਦੀ ਸਟਰੈਂਥ ਆ। ਸੋ ਸਾਨੂੰ ਇੱਕ ਐਸੈਟ ਨਹੀਂ ਲੱਗਦਾ, ਪਰ ਬਾਹਰਲੇ ਮੁਲਕਾਂ ਨੂੰ ਲੱਗਦਾ। ਸੋ ਜਿਨ੍ਹਾਂ ਨੂੰ ਲੱਗਦਾ ਉਹ ਡਰੇਨ ਕਰ ਰਹੇ ਨੇ। ਮਤਲਬ ਇਸ ਕਰਕੇ ਸਾਡੀ ਸਾਰੀ ਯੂਥ ਨੂੰ ਉਹ ਲੋਕ ਡਰੇਨ ਕਰ ਰਹੇ ਨੇ ਆਪਣੇ ਵੱਲ, ਤਾਂ ਕਿ ਆਪਣੇ ਮੁਲਕ ਨੂੰ ਡਿਵੈਲਪ ਕਰ ਸਕਣ, ਜੋ ਨੈਚੁਰਲ ਰਿਸੋਰਸਿਸ ਨੇ ਉਹਨਾਂ ਇਸਤੇਮਾਲ ਕਰਕੇ ਇਕਨੋਮੀ ਨੂੰ ਜ਼ਿਆਦਾ ਸਟਰੋਂਗ ਕਰ ਸਕਣ। ਇਸ ਕਰਕੇ ਉਹ ਕਹਿੰਦੇ ਨੇ ਕਿ ਤੂੰ ਹੁਣ ਸਾਡਾ ਪੁੱਤ ਬਣ ਜਾ। ਸੋ ਇੱਕ ਕੇਸ ਸਟੱਡੀ ਆਪਾਂ ਲੈਂਦੇ ਹਾਂ ਕਿ ਪਿੱਛੇ ਜੇ ਇੱਕ ਗੱਲਬਾਤ ਚੱਲੀ ਸੀ ਕਿ ਇੱਕ ਇੱਥੇ ਪ੍ਰੋਫੈਸ਼ਨਲ ਹੈ, ਆਰਟਿਸਟ ਹੈ, ਪ੍ਰੋਫੈਸ਼ਨਲ ਹੈ, ਕੋਈ ਵੀ ਕੰਮ ਕਰ ਸਕਦੇ ਨੇ, ਪ੍ਰੋਫੈਸ਼ਨਲ ਹੈ, ਉਹਨਾਂ ਨੇ ਵੀਜ਼ਾ ਅਪਲਾਈ ਕੀਤਾ। ਆਪਾਂ ਦੋ ਕੰਟਰੀਜ਼ ਦਾ ਕੰਪੈਰੀਜ਼ਨ ਦੇਖਦੇ ਹਾਂ, ਅਮਰੀਕਾ ਐਂਡ ਕੈਨੇਡਾ ਦਾ। ਜੀ ਕਿ ਉਸ ਪ੍ਰੋਫੈਸ਼ਨਲ ਨੇ ਕੀਤਾ ਅਪਲਾਈ ਤੇ ਉਹ ਰਿਜੈਕਸ਼ਨ ਮਿਲੀ, ਪਰ ਉਹਦਾ ਕਜ਼ਨ ਹੈ ਉਹ ਨਾਨ ਪ੍ਰੋਫੈਸ਼ਨਲ ਹੈ, ਉਹਨੇ ਅਪਲਾਈ ਕੀਤਾ ਔਰ ਉਸ ਨੂੰ ਥਰੂ ਹੋ ਗਿਆ ਔਰ ਉਹ ਚਲਾ ਗਿਆ ਬਾਹਰ ਦੂਸਰੇ ਮੁਲਕ ਦੇ ਵਿੱਚ। ਔਰ ਪ੍ਰੋਫੈਸ਼ਨਲ ਨੂੰ ਇਸ ਚੀਜ਼ ਦਾ ਹੈ ਕਿ ਮੈਂ ਤੇ ਉਹਨਾਂ ਨੂੰ ਪੂਰੇ ਸਰਟੀਫਿਕੇਟ ਵੀ ਦਿੱਤੇ ਕਿ ਆਮ ਅ ਪ੍ਰੋਫੈਸ਼ਨਲ ਹੇਅਰ, ਮੈਂ ਵਾਪਸ ਵੀ ਆਉਣਾ ਕਿਉਂਕਿ ਮੈਂ ਇੱਥੇ ਆਪਣਾ ਕਾਰੋਬਾਰ ਸੰਭਾਲਣਾ, ਪਰ ਨਾਨ ਪ੍ਰੋਫੈਸ਼ਨਲ ਨੂੰ ਉਹ ਗ੍ਰੀਨ ਸਿਗਨਲ ਦੇ ਰਹੇ ਨੇ, ਮੈਨੂੰ ਸਟਾਪ ਕਰ ਰਹੇ ਨੇ। ਰੀਜ਼ਨ ਕੀ ਹੋ ਸਕਦਾ? ਬੇਸਿਕਲੀ ਕੈਨੇਡਾ ਦੀ ਗੱਲ ਹੈ, ਕੈਨੇਡਾ ਦੀ ਗੱਲ ਲੈ ਲਓ। ਓਕੇ, ਕੈਨੇਡਾ ਦੀ ਜਿਹੜੀ ਥਿਊਰੀ ਹੈ, ਜਿੱਦਾਂ ਅਸੀਂ ਹਮੇਸ਼ਾ ਯੂਐਸ ਦੀ ਅਸੀਂ ਡਿਸਕਸ ਕਰਦੇ ਹਾਂ, ਅਸੀਂ ਕੈਨੇਡਾ ਦੇ ਉੱਪਰ ਥੋੜੀ ਝਾਤ ਪਾ ਸਕਦੇ ਹਾਂ। ਕੈਨੇਡਾ ਦੇ ਵਿੱਚ ਬੇਸਿਕ ਫਰਕ ਕੀ ਆ? ਕੈਨੇਡਾ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਲੋਕ ਨੇ, ਬਹੁਤ ਸਾਰੇ ਜਿਹੜੇ ਲੋਕ ਅਪਲਾਈ ਕਰਨਾ ਚਾਹੁੰਦੇ ਨੇ, ਜਿਹੜੇ ਇਮੀਗ੍ਰੈਂਟਸ ਅਪਲਾਈ ਕਰਨਾ ਚਾਹੁੰਦੇ ਨੇ, ਸਭ ਦੇ ਮਨ ਦੇ ਵਿੱਚ ਇੱਕ ਅਲੱਗ ਪਿਕਚਰ ਹੈ। ਸੋ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਨਹੀਂ ਲੱਗੇਗਾ ਕਿ ਜਿਹੜਾ ਮੈਂ ਹੁਣ ਡਿਵੈਲਪਿੰਗ ਕੰਟਰੀ ਵਾਲੀ ਗੱਲ ਕਹੀ ਹੈ, ਸੋ ਉਹ ਵੀ ਅਜੀਬ ਲੱਗੇਗੀ ਸਭ ਨੂੰ। ਸੋ ਅਲਟੀਮੇਟਲੀ ਕੀ ਆ ਕਿ ਕੈਨੇਡਾ ਦਾ ਜਿਹੜੀ ਇਕਨੋਮੀ ਆ ਉਹ ਟੂਰਿਜ਼ਮ ਬੇਸਡ ਨਹੀਂ ਹੈਗੀ, ਜਦ ਕਿ ਬਹੁਤ ਸਾਰੇ ਮੁਲਕ ਟੂਰਿਜ਼ਮ ਬੇਸਡ ਆ। ਈਵਨ ਯੂਐਸਏ ਦੇ ਟੂਰਿਜ਼ਮ ਦੇ ਉੱਪਰ ਇਕਨੋਮੀ ਆ, ਯੂਕੇ ਦੇ ਵਿੱਚ ਟੂਰਿਜ਼ਮ ਦਾ ਜ਼ੋਰ ਆ, ਪੂਰੇ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੈ। ਕੈਨੇਡਾ ਦੀ ਸਾਈਕੋਲੋਜੀ ਜਿਹੜੀ ਹੈ ਉਹ ਟੂਰਿਜ਼ਮ ਬੇਸਡ ਨਹੀਂ ਹੈਗੀ। ਸੋ ਸਾਡੇ ਬਹੁਤ ਸਾਰੇ ਲੋਕ ਅਪਲਾਈ ਕਰਦੇ ਨੇ ਕਿ ਮੈਂ ਕੈਨੇਡਾ ਪਹਿਲੀ ਵਾਰੀ ਘੁੰਮਣ ਚੱਲਿਆ, ਮੈਂ ਟੂਰ ਲਿਆ, ਮੈਂ ਫਲਾਨਾ ਕੀਤਾ, ਔਰ ਬਹੁਤ ਸਾਰੀਆਂ ਕੰਪਨੀ ਦੀ ਪ੍ਰਮੋਸ਼ਨਸ ਇਸ ਤਰੀਕੇ ਨਾਲ ਹੋਣਗੀਆਂ। ਬਟ ਅਲਟੀਮੇਟਲੀ ਕੈਨੇਡਾ ਨਿਆਗਰਾ ਫਾਲਸ ਤੋਂ ਇਲਾਵਾ ਤੈਨੂੰ ਬਹੁਤ ਸਾਰੀਆਂ ਘੁੰਮਣ ਫਿਰਨ ਵਾਲੀਆਂ ਥਾਵਾਂ ਨਹੀਂ ਲੱਭਣਗੀਆਂ। ਓਕੇ, ਕੈਨੇਡਾ ਬਹੁਤ ਵਾਸਟ ਹੈ, ਬਟ ਟੂਰਿਜ਼ਮ ਦੇ ਲਈ, ਮੌਸਮ ਲਈ, ਮਤਲਬ ਤੁਸੀਂ ਚੀਜ਼ਾਂ ਨੂੰ, ਪਹਾੜਾਂ ਨਦੀਆਂ ਨੂੰ ਵੇਖ ਸਕਦੇ ਹੋ, ਬਟ ਅਦਰਵਾਈਜ਼ ਜੋ ਇੱਕ ਟੂਰਿਸਟ ਦੀਆਂ ਜੋ ਰਿਕੁਆਇਰਮੈਂਟਸ ਹੁੰਦੀਆਂ ਆ ਉਹ ਕੱਲੀਆਂ ਕੈਨੇਡਾ ਨਿਆਗਰਾ ਫਾਲਸ ਜਾ ਕੇ ਪੂਰੀਆਂ ਹੁੰਦੀਆਂ ਕਿ ਤੈਨੂੰ ਅਦਭੁਤ ਨਜ਼ਾਰਾ ਵੀ ਦੇਖੇ, ਕਿਆ ਬਾਤ ਹੈ, ਇਦਾਂ ਵਾਲੀ ਗੱਲ ਵੀ ਹੋਵੇ, ਔਰ ਸਟਿਲ ਸਾਰੇ ਜੋ ਕਿ ਤੈਨੂੰ ਰਹਿਣ ਖਾਣ ਪੀਣ ਨੂੰ ਸੌਖਾ ਚਾਹੀਦਾ ਉਹ ਸਭ ਕੁਝ ਮਿਲ ਸਕੇ। ਸ਼ੋਰ ਸੋ ਲਾਈਕ ਜਿਹੜਾ ਟੂਰਿਜ਼ਮ ਵਾਲਾ ਪਾਸਾ ਆ ਉਹ ਥੋੜਾ ਜਿਹਾ ਇਹਨਾਂ ਦਾ ਫਿੱਕਾ ਆ ਹਾਲੇ। ਸੋ ਇਸ ਕਰਕੇ ਜਿਹੜੀਆਂ ਐਪਲੀਕੇਸ਼ਨ ਕੱਲੀਆਂ ਟੂਰਿਜ਼ਮ ਬੇਸਡ ਲੱਗਦੀਆਂ ਨੇ ਉਹ ਐਪਲੀਕੇਸ਼ਨਸ ਵੀਜ਼ਾ ਨਹੀਂ ਲੈਂਦੀਆਂ। ਹਾਂ, ਅਗਰ ਤੁਹਾਡੇ ਕੋਲ ਯੂਐਸ ਦਾ ਵੀਜ਼ਾ ਆ, ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਹੌਲੀਡੇਇੰਗ ਲਈ ਜਾਣਾ ਚਾਹੁੰਦੇ ਹੋ, ਟੂਰਿਜ਼ਮ ਲਈ ਜਾਣਾ ਚਾਹੁੰਦੇ ਹੋ, ਨਿਆਗਰਾ ਫਾਲਸ ਦੇ ਇਸ ਪਾਸਿਓਂ ਵੇਖਿਆ, ਦੂਸਰੇ ਪਾਸਿਓਂ ਵੇਖਣਾ ਚਾਹੁੰਦੇ ਹੋ, ਇਟ ਮੇਕ ਸੈਂਸ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਗਰ ਤੁਹਾਡੀ ਪਹਿਲਾਂ ਟੂਰਿਜ਼ਮ ਟਰੈਵਲਿੰਗ ਹਿਸਟਰੀ ਨਹੀਂ ਹੈਗੀ ਤੇ ਕੈਨੇਡਾ ਦੇ ਵਿੱਚ ਡਾਇਰੈਕਟਲੀ ਜਿਹੜਾ ਟੂਰਿਸਟ ਵੀਜ਼ਾ ਲੈਣਾ ਆ ਔਨ ਦਾ ਬੇਸਿਸ ਆਫ ਅ ਟੂਰ, ਉਹ ਕਾਫੀ ਮੁਸ਼ਕਲ ਆ ਐਜ਼ ਕੰਪੇਅਰ ਟੂ ਯੂਐਸ। ਸੋ ਕੈਨੇਡਾ ਦੇ ਵਿੱਚ ਅਗਰ ਯੂਐਸ ਦੇ ਪਾਸੇ ਤੁਸੀਂ ਅਪਲਾਈ ਕਰ ਰਹੇ, ਯੂਐਸ ਵਿੱਚ ਤੁਸੀਂ ਹੌਲੀਡੇਇੰਗ ਲਈ ਜਾਂਦੇ ਹੋ, ਤੇ ਤੁਸੀਂ ਵੇਖੋ ਸਭ ਤੋਂ ਵੱਡੇ ਕਰੂਜ਼ ਤੱਕ ਇੱਥੇ ਨੇ, ਔਰ ਦੁਨੀਆ ਬਿਲਕੁਲ ਹੀ ਅਲੱਗ ਤਰੀਕੇ ਦੀ ਕ੍ਰੀਏਟ ਕੀਤੀ ਪਈ ਹੈ ਇੱਥੇ। ਸੋ ਹਰ ਸਟੇਟ ਦਾ ਟੂਰਿਜ਼ਮ ਬੋਰਡ ਆ, ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰਮੋਟ ਕਰਦਾ ਹੈ। ਸੋ ਕੈਨੇਡਾ ਦੇ ਵਿੱਚ ਇਸ ਤਰੀਕੇ ਨਾਲ ਕੈਨੇਡੀਅਨ ਟੂਰਿਜ਼ਮ ਕਮਿਸ਼ਨ ਸਟਿਲ ਦੇ ਡੋਂਟ ਬਿਲੀਵ ਕਿ ਅਸੀਂ ਇੱਕ ਟੂਰਿਸਟ ਡੈਸਟੀਨੇਸ਼ਨ ਹੈਗੇ ਹਾਂ। ਵੇਅਰਐਸ ਯੂਐਸ ਦੇ ਵਿੱਚ
ਪੂਰੀ ਦੁਨੀਆ ਨੂੰ ਪਤਾ ਹੈ ਕਿ ਯੈਸ ਇਹ ਇੱਕ ਚੰਗਾ ਜਿਹੜਾ ਟੂਰਿਜ਼ਮ ਡੈਸਟੀਨੇਸ਼ਨ ਹੈ। ਸ਼ੋਰ। ਸੋ ਇਹ ਬਹੁਤ ਵੱਡਾ ਫਰਕ ਆ ਉਸ ਸਾਈਕੋਲੋਜੀ ਦੇ ਵਿੱਚ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ। ਸੋ ਇਸ ਕਰਕੇ ਅਗਰ ਕੈਨੇਡਾ ਨੂੰ ਅਪਲਾਈ ਕਰਨਾ ਹੈ, ਕੈਨੇਡਾ ਨੂੰ ਫੈਮਿਲੀ ਵਿਜ਼ਟਰ ਹੈ, ਬਿਕਾਜ਼ ਕੈਨੇਡਾ ਨੂੰ PR ਦੀ ਲੋੜ ਆ, ਫੈਮਿਲੀਜ਼ ਦੀ ਲੋੜ ਆ। ਕੈਨੇਡਾ ਤੁਹਾਡੇ ਰਿਸ਼ਤੇ ਨਾਤਿਆਂ ਨੂੰ ਮਜ਼ਬੂਤੀ ਉਹ ਵੇਖਦਾ ਆ। ਸੋ ਅਗਰ ਫੈਮਿਲੀ ਵਿਜ਼ਿਟ ਵਾਲੀਆਂ ਐਪਲੀਕੇਸ਼ਨਸ ਨੇ, ਕੈਨੇਡਾ ਨੂੰ ਲਾਓ। ਅਗਰ ਫੈਮਿਲੀ ਵਿਜ਼ਿਟ ਵਾਲੀਆਂ ਐਪਲੀਕੇਸ਼ਨਸ ਨਹੀਂ ਹੈਗੀਆਂ, ਹੌਲੀਡੇਇੰਗ ਕਰਨੀ ਹੈ, ਫਿਰ US ਵਾਲੇ ਪਾਸੇ ਨੂੰ ਲਾਓ। ਓਕੇ। ਔਰ ਜਿਹੜੇ ਤੁਸੀਂ ਕੇਸ ਸਟੱਡੀਜ਼ ਦੀ ਗੱਲ ਕਰ ਰਹੇ ਹੋ, ਤੁਸੀਂ ਮੈਂ ਬਹੁਤ ਜ਼ਿਆਦਾ ਬਰੀਕੀ 'ਚ ਹੁਣ ਡਾਕੂਮੈਂਟੇਸ਼ਨ ਨਹੀਂ ਹੈਗੀ ਮੇਰੇ ਕੋਲ, ਬਟ ਯੂ ਵਿਲ ਫਾਈਂਡ ਇਟ ਕਿ ਉਹਨਾਂ ਦੋਨਾਂ ਦੇ ਵਿੱਚ ਬੇਸਿਕ ਡਿਫਰੈਂਸ ਆ ਹੋਏਗਾ। ਹੋ ਸਕਦਾ ਇੱਕ ਨੇ ਕਿਸੇ ਫੈਮਿਲੀ ਕੋਲੋਂ ਇਨਵਾਈਟ ਲਿਆ ਹੋਵੇ ਔਰ ਦੂਸਰੇ ਹੋ ਸਕਦਾ ਕਿ ਜਿਹੜਾ ਉਹਨੇ ਆਪਣੀਆਂ ਹੌਲੀਡੇਜ਼ ਖੁਦ ਪਲਾਨ ਕੀਤੀਆਂ ਹੋਣ। ਸੋ ਇਹ ਇੱਕ ਬਿਗ ਜਿਹੜਾ ਮੇਜਰ ਡਿਫਰੈਂਸ ਆ ਜਿਹਦੇ ਨਾਲ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਲੱਗਦਾ। ਬਟ ਇਹ ਅਗਰ ਸਾਡੀ ਨਜ਼ਰ ਤੋਂ ਵੇਖੋਗੇ ਤਾਂ ਅਸੀਂ ਇਹਨੂੰ ਬਹੁਤ ਬਰੀਕੀ ਵਿੱਚ ਵੇਖ ਸਕਦੇ ਹਾਂ ਔਰ ਬਹੁਤ ਚੀਜ਼ਾਂ ਨੂੰ ਅਸੀਂ ਸਾਡੇ ਕੋਲ ਕੇਸ ਆਉਂਦਾ ਹੈ, ਕੇਸ ਨੂੰ ਵੇਖ ਕੇ ਸਾਨੂੰ ਆਈਡੀਆ ਹੋ ਜਾਂਦਾ ਹੁੰਦਾ ਕਿ ਕੇਸ ਪਾਉਣ ਦੇ ਕਾਬਿਲ ਹੈਗਾ ਜਾਂ ਨਹੀਂ ਹੈਗਾ। ਔਰ ਯਕੀਨ ਮੰਨੋ ਆਲਮੋਸਟ ਬਹੁਤ ਸਾਰੀ ਜਿਹੜੀ ਕੇਸ ਦੀ ਕਲੈਰਿਟੀ ਆ ਉਹ ਪਹਿਲਾਂ ਦਿਸ ਜਾਂਦੀ ਹੈ ਔਰ ਖੁਦ ਨੂੰ ਦਿਸ ਜਾਂਦਾ ਕਿ ਇਹਦੇ 'ਚ ਅਗਰ ਅਸੀਂ ਆਹ ਸਿਚੁਏਸ਼ਨ ਇੰਪਰੂਵ ਕਰਕੇ ਇੱਥੋਂ ਤੱਕ ਕਰ ਪਾਏ ਤੇ ਇਹ ਵਿਨ ਹੋ ਜਾਏਗਾ, ਅਗਰ ਨਹੀਂ ਕਰ ਪਾਏ ਤੇ ਇਹ ਕੇਸ ਥਰੂ ਨਹੀਂ ਹੋਣਾ। ਸੋ ਇਸ ਕਰਕੇ ਸਾਨੂੰ ਬੇਸਿਕ ਚੀਜ਼ਾਂ ਦਿਸਦੀਆਂ ਨੇ ਔਰ ਮੇਬੀ ਇਦਾਂ ਦਾ ਕੋਈ ਨਾ ਕੋਈ ਤੁਹਾਡੇ ਕੇਸਿਸ ਵਿੱਚ ਹੋਏਗਾ। ਸਟਿਲ ਮੈਨੂੰ ਤੁਸੀਂ ਅਗਰ ਤੁਹਾਡੇ ਕੋਲ ਕੇਸ ਹੈਗਾ ਤਾਂ ਮੈਨੂੰ ਤੁਸੀਂ ਦਿਖਾ ਵੀ ਸਕਦੇ ਹੋ, ਨਹੀਂ ਤਾਂ ਤੁਸੀਂ ਆਪਾਂ ਉਮੀਦ ਕਰਾਂਗੇ ਅਗਲੀ ਜਿਹੜੀ ਸਾਡੀ ਮੁਲਾਕਾਤ ਹੋਏਗੀ ਤੁਸੀਂ ਉਹਦੀਆਂ ਬਰੀਕੀਆਂ ਤੁਸੀਂ ਲੈ ਕੇ I got it ਕਿ ਜਿਨ੍ਹਾਂ ਦਾ ਜੋ ਪ੍ਰੋਫੈਸ਼ਨਲ ਨੇ, ਜਿਨ੍ਹਾਂ ਦਾ ਰਿਜੈਕਟ ਹੋਇਆ, ਉਹਨਾਂ ਨੇ ਜ਼ਰੂਰ ਆਪਣੇ ਤੌਰ ਦੇ ਉੱਤੇ ਹੌਲੀਡੇ ਪਲਾਨ ਕੀਤਾ ਹੋਣਾ। ਯੈਸ। ਤੇ ਜਿਹੜੇ ਨਾਨ ਪ੍ਰੋਫੈਸ਼ਨਲ ਨੇ ਉਹਨਾਂ ਨੇ ਕਿਸੇ ਫੈਮਿਲੀ ਇਨਵੀਟੇਸ਼ਨ ਲਿੱਤਾ ਹੋਣਾ, ਤਾਂ ਇਸ ਕਰਕੇ ਉਹ ਥਰੂ ਹੋ ਗਏ। ਐਗਜ਼ੈਕਟਲੀ। ਸੋ ਸੇਮ ਸਿਚੁਏਸ਼ਨ ਅਗਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਾਸਤੇ ਹੁੰਦੀ ਤਾਂ ਫਿਰ ਉਹਦਾ ਕੀ ਰਿਜ਼ਲਟ ਹੋ ਸਕਦਾ ਸੀ? ਇਹਦੇ ਦੂਸਰੇ ਨੂੰ ਵੀਜ਼ਾ ਪਹਿਲਾਂ ਮਿਲਣਾ ਸੀ ਜਿਹੜਾ ਪ੍ਰੋਫੈਸ਼ਨਲ ਹੈ। ਯੈਸ। ਸੋ US ਪੂਰੀ ਦੁਨੀਆ ਤੋਂ ਉਲਟੇ ਤਰੀਕੇ ਦੀ ਅਸੈਸਮੈਂਟ ਆ। US ਦੇ ਵਿੱਚ ਤੁਹਾਡੀ ਕਾਬਲੀਅਤ ਤੁਹਾਡੀ ਜ਼ੁਬਾਨ ਤੋਂ ਸੁਣੀ ਜਾਂਦੀ ਹੈ। ਬਾਕੀ ਸਾਰੇ ਮੁਲਕਾਂ ਵਿੱਚ ਤੁਹਾਡੀ ਕਾਬਲੀਅਤ ਇਕੱਲੇ ਕਾਗਜ਼ਾਂ ਤੋਂ ਪੜ੍ਹੀ ਜਾਂਦੀ ਹੈ। ਸੋ ਇੱਥੇ ਅਗਰ ਤੁਹਾਡੇ ਵਿੱਚ ਤੁਹਾਨੂੰ ਐਗਜ਼ੈਕਟਲੀ ਪਤਾ ਕਿ ਮੇਰੇ ਲਈ ਜਾਣਾ ਜ਼ਰੂਰੀ ਹੈ, ਸੋ ਇਟਸ ਜਸਟ ਲਾਈਕ ਹਿਟਿੰਗ 6 ਔਨ ਫਸਟ ਬਾਲ ਕਿ ਤੁਸੀਂ ਇੰਟਰਵਿਊ ਪਹਿਲੇ ਕੀਤੀ, ਤੁਸੀਂ ਵੀਜ਼ਾ ਆਫਿਸਰ ਨੂੰ ਕਨਵਿੰਸ ਕੀਤਾ ਕਿ ਯੈਸ ਮੇਰਾ ਟਰੈਵਲ ਬੜਾ ਜੈਨੂਅਨ ਆ, ਲਾਈਕ ਮੇਰਾ ਹੌਲੀਡੇਇੰਗ ਸਹੀ ਭਾਵੇਂ ਤੇ ਮੇਰਾ ਪਰਪਸ ਆ, ਮੈਂ ਅਗਰ ਕਲੀਅਰਲੀ ਡਿਫਾਈਨ ਕਰ ਪਾਇਆ ਤਾਂ ਫਿਰ ਇਹ ਵੀਜ਼ਾ ਆ। ਸੋ ਅਗਰ ਡਿਫਾਈਨ ਨਹੀਂ ਕਰਨ ਵਾਲੇ ਪਾਸੇ ਹੈਗੇ, ਅਗਰ ਮਤਲਬ ਤੁਹਾਡੀ ਐਪਲੀਕੇਸ਼ਨ ਦਾ ਤਰੀਕਾ ਕੋਈ ਹੋਰ ਆ ਵੀ ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਗੱਲਬਾਤ ਨਹੀਂ ਕਰ ਸਕਦੇ, ਤਾਂ ਤੁਹਾਡੇ ਲਈ ਪ੍ਰੋਫੈਸ਼ਨਲ ਟ੍ਰੇਨ ਹੋਣਾ ਪਊਗਾ। ਡਨ। ਅੱਛਾ, ਇੱਕ ਚੀਜ਼ ਹੈ ਜਿਹੜੇ ਵਰਕ ਪਰਮਿਟ ਨੂੰ ਆਪਾਂ ਥੋੜਾ ਡਿਸਕਸ ਕਰਦੇ ਹਾਂ। ਇੱਕ ਬੰਦੇ ਨੇ ਇੱਥੇ ਕੁਆਲੀਫਿਕੇਸ਼ਨ ਹਾਸਿਲ ਕੀਤੀ ਹੈ, ਉਹ ਪ੍ਰੋਫੈਸ਼ਨਲ ਹੈ, ਉਹ ਪਹਿਲੇ ਵਾਲੇ ਕੇਸ ਸਟੱਡੀ ਤੋਂ ਹੀ ਅਗਲਾ ਸਟੈਪ ਲੈ ਰਿਹਾ, ਉਹ ਵਰਕ ਕਰ ਰਿਹਾ, ਉਹ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਹੈ, ਵਰਕ ਪਰਮਿਟ ਉਹਨੂੰ ਚਾਹੀਦਾ ਬਾਹਰ ਦੇ ਮੁਲਕ ਦਾ। ਸੋ ਇੱਥੋਂ ਦੀ ਕੁਆਲੀਫਿਕੇਸ਼ਨ, ਇੱਥੋਂ ਦਾ ਐਕਸਪੀਰੀਅੰਸ ਕਿੰਨਾ ਕਾਊਂਟ ਕਰੇਗਾ? ਜੇ ਦੋਵਾਂ ਕੇਸਿਸ ਨੂੰ ਆਪਾਂ ਸਟੱਡੀ ਕਰੀਏ, US ਨੂੰ ਵੀ ਸਟੱਡੀ ਕਰੀਏ, ਕੈਨੇਡਾ ਨੂੰ ਵੀ ਸਟੱਡੀ ਕਰੀਏ, ਤਾਂ ਸੇਮ ਕੁਆਲੀਫਿਕੇਸ਼ਨ ਸਪੋਜ਼ ਮੀਡੀਆ ਤੋਂ ਹੀ ਲੈਂਦੇ ਹਾਂ ਆਪਾਂ, ਮੀਡੀਆ ਤੋਂ ਆ ਤਾਂ ਮੀਡੀਆ ਦੀ ਜੋ ਇੱਥੋਂ ਦੀ ਕੁਆਲੀਫਿਕੇਸ਼ਨ, ਇੱਥੋਂ ਦਾ ਸਟੱਡੀ, ਇੱਥੋਂ ਦਾ ਐਕਸਪੀਰੀਅੰਸ, ਇਸ ਐਕਸਪੀਰੀਅੰਸ ਦੇ ਬੇਸ 'ਤੇ, ਸਟੱਡੀ ਦੇ ਬੇਸ 'ਤੇ ਸੇਮ ਪ੍ਰੋਫੈਸ਼ਨ ਨੂੰ ਕੈਨੇਡਾ ਜਾਂ ਅਮਰੀਕਾ ਵਿੱਚ ਉਹ ਜੁਆਇਨ ਕਰ ਸਕਦਾ। ਸੰਦੀਪ ਜੀ, ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ ਨਾ, ਇਹ ਦੁਨੀਆ ਉਸ ਤਰੀਕੇ ਦੀ ਨਹੀਂ ਹੈਗੀ। ਇਟਸ ਕਮਰਸ ਐਵਰੀਵੇਅਰ। ਪੂਰੀ ਦੁਨੀਆ ਇੱਕ ਬਾਣੀਏ ਪੁਣੇ ਦਾ ਬਾਜ਼ਾਰ ਹੈ। ਪੂਰੀ ਦੁਨੀਆ ਕਮਰਸ ਦੇ ਮਾਡਲ ਦੇ ਉੱਪਰ ਆਧਾਰਿਤ ਹੈ। ਫਾਇਦਾ, ਨਫਾ, ਨੁਕਸਾਨ ਸਭ ਕੁਝ ਵੇਖਿਆ ਜਾਂਦਾ ਹੈ। ਸੋ ਜਿਹੜੀਆਂ ਜੌਬਸ ਨੇ ਕਿਸੇ ਵੀ ਮੁਲਕ ਦੇ ਵਿੱਚ, ਇਹ ਕਲੀਅਰਲੀ ਸਮਝਣਾ ਪਊਗਾ ਸਾਰੇ ਲੋਕਾਂ ਨੂੰ, ਸਾਰੇ ਐਪਲੀਕੈਂਟਸ ਨੂੰ, ਸਾਰੇ ਸਾਡੇ ਆਵਾਮ ਨੂੰ, ਕਿ ਜਿਹੜੀਆਂ ਜੌਬਸ ਨੇ ਉਹ ਹਮੇਸ਼ਾ ਲੋਕਲਸ ਲਈ ਨੇ, ਫੋਰਨਰਸ ਲਈ ਨਹੀਂ ਹੈਗੀਆਂ। ਓਕੇ। ਸੋ ਅਸੀਂ ਉਸ ਤਰੀਕੇ ਨਾਲ ਸੋਚਦੇ ਕਿ ਜਿੱਦਾਂ ਮੇਰੀ ਮੈਕਡੋਨਲਡ ਦੀ ਜੌਬ ਓਪਨ ਆ, ਜਿੱਦਾਂ ਮੈਨੂੰ ਇੱਥੇ ਕਿਸੇ ਆਫਿਸ 'ਚ ਜੌਬ ਮਿਲ ਰਹੀ ਆ, ਜਿੱਦਾਂ ਮੈਨੂੰ ਕਿਸੇ ਇੱਥੇ ਅਖਬਾਰ 'ਚ ਜੌਬ ਮਿਲ ਰਹੀ ਆ, ਸ਼ਾਇਦ ਇਹ ਉਦਾਂ ਹੀ ਉੱਥੇ ਅਖਬਾਰ ਵਾਲਾ ਤੇ ਮੈਨੂੰ ਉਦਾਂ ਹੀ ਰੱਖ ਲੈਣਾ ਹੈ। ਇਹ ਪੋਸੀਬਲ ਨਹੀਂ ਹੈਗਾ। ਰਾਈਟ। ਸੋ US ਵਿੱਚ ਵੀ ਸਭ ਤੋਂ ਵੱਧ H1 ਦਾ ਰੌਲਾ ਤਾਂ ਰਹਿੰਦਾ ਬਿਕੋਜ਼ ਇੱਥੇ ਫੋਰਨ ਨੈਸ਼ਨਲਸ ਨੂੰ ਬੁਲਾਇਆ ਜਾਂਦਾ ਆ, ਤਾਂ ਹਮੇਸ਼ਾ ਇਲੈਕਸ਼ਨ ਦਾ ਮੁੱਦਾ ਹੁੰਦਾ ਆ। ਰਾਈਟ। ਸੋ ਜਿੰਨੀਆਂ ਲੋਕਲ ਜੌਬਸ ਨੇ ਲੋਕਲਸ ਲਈ ਦੇ, ਪਰ ਅਗਰ ਲੋਕਲਸ ਤੋਂ ਉਸ ਜੌਬ ਦਾ ਕੈਲੀਬਰ ਨਹੀਂ ਲੱਭੇ, ਰਾਈਟ, ਉਸ ਇੱਕ ਪਾਰਟਿਕੂਲਰ ਕੈਟਾਗਰੀ ਦੇ ਵਿੱਚ ਅਗਰ ਤੁਹਾਡੀ ਮਿਨਿਸਟਰੀ ਅਪਰੂਵ ਕਰੇ, ਮਿਨਿਸਟਰੀ ਆਫ ਲੇਬਰ ਜਿਹੜੀ ਉਹ ਅਪਰੂਵ ਕਰੇ ਕਿ ਇਸ ਜੌਬ ਦੇ ਉੱਪਰ ਬਾਹਰੋਂ ਬੰਦਾ ਵੀ ਰੱਖਿਆ ਜਾ ਸਕਦਾ, ਬਿਕੋਜ਼ ਜਿਹੜਾ ਵਪਾਰ ਚਲਾ ਰਿਹਾ ਉਹਦੇ ਕੋਲ ਅਗਰ ਇੰਪਲੋਈ ਨਹੀਂ ਹੈਗਾ, ਉਹਦਾ ਵਪਾਰ ਬੰਦ ਹੋ ਜਾਏਗਾ। ਸ਼ੋਰ। ਅਲਟੀਮੇਟਲੀ ਸੋਚਿਆ ਫਿਰ ਇਹੀ ਜਾਂਦਾ ਕਿ ਹੁਣ ਵਪਾਰ ਨਾ ਬੰਦ ਹੋ ਜੇ। ਸੋ ਜਿਹੜੀ ਸੈਕੰਡ ਸਟੇਜ ਦੇ ਵਿੱਚ ਆ, ਉਹਦੇ ਵਿੱਚ ਤੁਸੀਂ ਫੋਰਨ ਨੈਸ਼ਨਲ ਨੂੰ ਕਿਸੇ ਨੂੰ ਐਲੋਕੇਟ ਕਰ ਸਕਦੇ ਹੋ ਉਸ ਪੋਜੀਸ਼ਨ ਦੇ ਉੱਪਰ ਕਿ ਅਸੀਂ ਬਹੁਤ ਟਰਾਈ ਕੀਤਾ, ਸਾਨੂੰ ਇੱਥੇ ਆ ਜੌਬ ਵਾਲਾ ਬੰਦਾ ਨਹੀਂ ਲੱਭਾ, ਸੋ ਸਾਨੂੰ ਪੂਰੇ ਕੈਨੇਡਾ ਦੇ ਵਿੱਚ, ਪੂਰੇ ਅਮਰੀਕਾ 'ਚ ਦੀ ਭਾਲ ਰਹੀ ਆ। ਸੋ ਇਦਾਂ ਦੇ ਜਿਹੜੇ ਸਮਾਜ ਮਤਲਬ ਇਹ ਫਿਰ ਨਾਰਮਲ ਜੌਬਸ ਨਹੀਂ ਹੈਗੀਆਂ।
ਹਾਂ ਕੈਨੇਡਾ ਵਿੱਚ ਨਾਰਮਲ ਜੌਬਸ ਹੋ ਸਕਦੀਆਂ ਕਿ ਤੁਹਾਨੂੰ ਖੇਤਾਂ 'ਚ ਕੰਮ ਕਰਨ ਨੂੰ ਮਜ਼ਦੂਰ ਨਹੀਂ ਲੱਭੇ, ਯੈਸ ਬਿਕੋਜ਼ ਲੋਕਲਸ ਬਹੁਤ ਜ਼ਿਆਦਾ ਕੰਮ ਨਹੀਂ ਕਰਦੇ। ਯੈਸ ਬਟ ਇਹਨੂੰ ਜਿੱਦਾਂ ਸੌਖਾ ਆਪਾਂ ਵੇਖਦੇ ਆ, ਇਹ ਉਦਾਂ ਦਾ ਨਹੀਂ ਹੈਗਾ। ਜੌਬਸ ਹਮੇਸ਼ਾ ਸਾਰੀਆਂ ਲੋਕਲਸ ਲਈ ਨੇ। ਇਨ ਕੇਸ ਲੋਕਲ ਪਾਪੂਲੇਸ਼ਨ ਤੋਂ ਤੁਹਾਨੂੰ ਕੋਈ ਵੀ ਜੌਬ ਦੀ ਜਿਹੜੀ ਪੋਜੀਸ਼ਨ ਆ ਤੁਹਾਡੇ ਤੋਂ ਫਿਲ ਅਪ ਨਹੀਂ ਹੋ ਰਹੀ, ਫਿਰ ਤੁਹਾਨੂੰ ਐਡਵਰਟਾਈਜ਼ ਕਰਨਾ ਪੈਂਦਾ। ਤੁਹਾਨੂੰ ਜਿੱਦਾਂ ਸਾਰੇ ਪਾਸੇ ਜਿੱਦਾਂ ਇਧਰ H1 ਹੈ, H1 ਦੇ ਲਈ ਤੁਹਾਨੂੰ ਉਧਰੋਂ ਪ੍ਰੋਪਰ ਕੰਪਨੀ ਤੁਹਾਨੂੰ ਕੰਟਰੈਕਟ ਭੇਜੇਗੀ। ਇਸੇ ਤਰੀਕੇ ਨਾਲ ਹੀ ਕੈਨੇਡਾ ਦੇ ਵਿੱਚ ਵੀ ਅਗਰ ਤੁਹਾਨੂੰ ਕੋਈ ਕੰਪਨੀ ਹੈਗੀ, ਉਹ ਆਪਣੇ ਆਪ ਨੂੰ jobbank.gc.ca ਕੈਨੇਡੀਅਨ ਗਵਰਨਮੈਂਟ ਸਾਈਟ ਆ ਸਾਰੀ, ਉਹਦੇ ਉੱਪਰ ਆਪਣੇ ਆਪ ਨੂੰ ਰਜਿਸਟਰ ਕਰੇਗੀ, ਉੱਥੇ ਆਪਣੀਆਂ ਜੌਬ ਪਬਲਿਸ਼ ਕਰੇਗੀ, ਉੱਥੋਂ ਬਹੁਤ ਸਾਰੇ EMPLOYEES ਵੇਖਣਗੇ। ਸੋ ਬਹੁਤ ਸਾਰੇ ਲੋਕ ਅਪਲਾਈ ਕਰਨਗੇ, ਔਰ ਅਗਰ ਉਹਨਾਂ ਚੋਂ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਤੁਹਾਨੂੰ ਉਹ ਕੈਂਡੀਡੇਟ ਨਹੀਂ ਲੱਭਦਾ, ਓਕੇ, ਫਿਰ ਤੁਸੀਂ ਕਿਸੇ ਫੋਰਨ ਨੈਸ਼ਨਲ ਨੂੰ ਤੁਸੀਂ ਹਾਇਰ ਕਰ ਸਕਦੇ ਹੋ, ਫਿਰ ਉਹਨੂੰ ਸੱਦ ਸਕਦੇ ਹੋ। ਹੁਣ ਇਹ ਵੇਖਣਾ ਹੁੰਦਾ ਕਿ ਉਹਦਾ ਉਸ ਕੰਮ ਨਾਲ ਜੁੜਾਵ ਕਿੰਨਾ ਆ, ਰਾਈਟ ਜਿਹੜੀ ਜੌਬ ਆ ਉਹਦਾ ਐਕਸਪੀਰੀਅੰਸ ਉਹਨੂੰ ਕਿੰਨਾ, ਤਜਰਬਾ ਕਿੰਨਾ ਹੈ, ਉਹਦੀ ਲੈਂਗੁਏਜ ਐਬਿਲਿਟੀ ਕਿੰਨੀ ਹੈ। ਹਾਂ ਸੋ ਤੁਸੀਂ ਸੇਮ ਇਥੋਂ ਕੰਟਰੈਕਟ ਭੇਜੋ, ਕੰਟਰੈਕਟ ਸਾਈਨ ਕਰੇਗਾ ਤੇ ਯੈਸ ਦੈਨ ਹੀ ਕੈਨ ਅਪਲਾਈ ਇਨ ਦਾ ਐਮਬੈਸੀ। ਉਹਨੂੰ 2-3 ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਉਹਨੂੰ ਆਪਣਾ ਮੈਡੀਕਲ ਆਪਣਾ ਸਬਮਿਟ ਕਰਨਾ ਹੁੰਦਾ, PCC ਸਬਮਿਟ ਕਰਨੀ ਹੁੰਦੀ, ਔਰ ਉਹਦੇ ਨਾਲ ਇਹ ਦੱਸਣਾ ਹੁੰਦਾ ਕਿ ਮੇਰੀ ਐਕਸਪਰਟੀਜ਼ ਹੈਗੀ ਆ ਇਸ ਕੰਮਕਾਰ ਦੇ ਵਿੱਚ, ਕਿ ਮੈਂ ਐਕਸਪਰਟ ਆ ਇਸ ਕੰਮ 'ਚ, ਮੈਂ ਇੰਨੇ ਸਾਲ ਕੰਮਕਾਰ ਕੀਤਾ ਆ। ਔਰ ਤੀਸਰੀ ਚੀਜ਼, ਜਿਹੜੀ ਲਾਸਟ ਚੀਜ਼ ਹੈ, ਕਿ ਤੁਹਾਨੂੰ ਅਡੈਪਟੇਬਿਲਿਟੀ ਦਿਖਾਉਣੀ ਪਏਗੀ ਕਿ ਤੁਸੀਂ ਕੈਨੇਡਾ ਵਰਗੇ ਸਮਾਜ ਵਿੱਚ ਜਿੱਥੇ ਕਿ ਅੰਗਰੇਜ਼ੀ ਬੋਲੀ ਜਾਂਦੀ, ਫ੍ਰੈਂਚ ਬੋਲੀ ਜਾਂਦੀ, ਤੁਸੀਂ ਜਾ ਕੇ ਅਡੈਪਟ ਹੋ ਪਾਓਗੇ। ਸੋ ਲੈਂਗੁਏਜ ਐਬਿਲਿਟੀ ਦਾ ਇੱਕ ਲੈਵਲ ਆ, ਸੋ ਉਹ B2 ਲੈਵਲ ਵੀ ਹੋ ਸਕਦਾ। ਸੋ ਦੈਟ ਐਗਜ਼ੈਕਟਲੀ ਡਿਪੈਂਡਸ ਔਨ ਕਿ ਜੌਬ ਦੀ ਰਿਕੁਆਇਰਮੈਂਟ ਕਿਸ ਤਰੀਕੇ ਦੀ ਹੈ, ਤੁਹਾਡੀ ਲੋਕਾਂ ਨਾਲ ਇੰਟਰੈਕਸ਼ਨ ਕਿੰਨੀ ਹੈ। ਸੋ ਅਗਰ ਤੁਹਾਡੀ ਕਿਚਨ ਦੀ ਜੌਬ ਹੈ, ਤੁਹਾਡੀ ਲੋਕਾਂ ਨਾਲ ਫਰੰਟ ਆਫਿਸ ਦੀ ਜੌਬ ਹੈ, ਸੋ ਇਟ ਮੇਕਸ ਅ ਡਿਫਰੈਂਸ। ਸੋ ਤੁਸੀਂ ਫਾਰਮਸ ਵਿੱਚ ਕੰਮ ਕਰਨਾ ਹੈ, ਸੋ ਜਿਸ ਤਰੀਕੇ ਦੀ ਜੌਬ ਦੀ ਰਿਕੁਆਇਰਮੈਂਟ ਆ, ਉਸ ਤਰੀਕੇ ਦੀਆਂ ਫਿਰ ਤੁਹਾਨੂੰ ਸ਼ਰਤਾਂ ਪੂਰੀਆਂ ਕਰਕੇ ਕੇਸ ਨੂੰ ਅਪਲਾਈ ਕਰਨਾ ਪਊਗਾ। ਰਾਈਟ ਮਤਲਬ ਜਿਹੜੇ ਉਥੋਂ ਦੇ ਲੋਕਲਸ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ। ਇਨ ਕੇਸ ਤੁਸੀਂ ਦੇਖੋ, ਸਾਨੂੰ ਵੀ ਚੰਗਾ ਨਹੀਂ ਲੱਗਦਾ ਕਿ ਪੰਜਾਬ ਗਵਰਨਮੈਂਟ ਕਵੇ ਕਿ ਯਾਰ ਸਾਨੂੰ ਨੇਪਾਲੀ ਸਸਤੇ ਪੈਣੇ ਆ, ਆਪਾਂ ਹਿੰਦੀ ਦੇ ਟੀਚਰ ਉਹ ਨਾ ਰੱਖ ਲਈਏ। ਮਤਲਬ ਤੁਸੀਂ ਅਗਰ ਇਸ ਤਰੀਕੇ ਨਾਲ ਸੋਚ ਕੇ ਵੇਖੋਗੇ ਫਿਰ ਸੋਚਿਆ ਜਾਂਦਾ ਆ। ਕਈ ਵਾਰ ਇਹ ਡਿਬੇਟ ਹੁੰਦਾ ਕਿ ਅਸੀਂ ਕਈ ਸਟੇਟਸ ਦੇ ਵਿੱਚ ਪ੍ਰਾਪਰਟੀ ਨਹੀਂ ਲੈ ਸਕਦੇ, ਕਈ ਸਟੇਟਸ ਦੇ ਵਿੱਚ ਅਸੀਂ ਕੋਈ ਕਾਰੋਬਾਰ ਨਹੀਂ ਕਰ ਸਕਦੇ, ਪਰ ਉਹ ਸਟੇਟ ਦਾ ਬੰਦਾ ਇੱਥੇ ਆ ਕੇ ਗਵਰਨਮੈਂਟ ਜੌਬ ਕਰ ਰਿਹਾ ਔਰ ਉਸ ਨੂੰ ਪੂਰੇ ਬੈਨੀਫਿਟਸ ਪੋਲੀਟੀਕਲ ਸਿਨੈਰੀਓ ਸਾਰੇ ਪਾਸੇ ਆ ਕਿ ਤੁਸੀਂ ਪੰਜਾਬ 'ਚ ਦਾਰੂ ਪੀਂਦੇ ਹੋ ਤੇ ਤੁਸੀਂ ਕ੍ਰਿਮੀਨਲ ਨਹੀਂ ਹੋ, ਤੁਸੀਂ ਸੇਮ ਗੁਜਰਾਤ 'ਚ ਪੀਂਦੇ ਹੋ ਤੁਸੀਂ ਕ੍ਰਿਮੀਨਲ ਹੋ। ਸੋ ਇਹ ਤਾਂ ਮਤਲਬ ਇਹ 'ਚ ਤੁਹਾਡਾ ਆਦਤ ਨਹੀਂ ਡਿਫਾਈਨ ਹੋ ਰਹੀ, ਇਹ ਤਾਂ ਲਾਅ ਡਿਫਾਈਨ ਹੋ ਰਿਹਾ ਬੇਸਿਕਲੀ। ਸੋ ਆਪਾਂ ਨੂੰ ਇਸ ਤੋਂ ਲਾਂਭੇ ਰਹਿਣਾ ਚਾਹੀਦਾ। ਰਾਈਟ, ਮਤਲਬ ਟੂ ਬੀ ਵੈਰੀ ਫਰੈਂਕ ਕਿ ਤੁਸੀਂ ਇੱਕ ਇੰਨੀ ਕਾਬਲੀਅਤ ਦੇ ਮਾਲਿਕ ਹੋਣਾ ਚਾਹੁੰਦੇ ਹੋ ਕਿ ਤੁਸੀਂ ਹਰ ਥਾਂ ਦੇ ਉੱਤੇ ਇੱਕ ਐਸੈਟ ਪ੍ਰੂਵ ਹੋਵੋ ਉਹਨਾਂ ਵਾਸਤੇ। ਉਹ ਕਹਿਣਗੇ ਇੱਕ ਖਜ਼ਾਨਾ ਹੈ ਜਿਸ ਨੂੰ ਅਸੀਂ ਇੰਪੋਰਟ ਕਰ ਰਹੇ ਹਾਂ ਔਰ ਸਾਨੂੰ ਬੈਨੀਫਿਟ ਹੋਣ ਵਾਲਾ ਹੈ। ਇਹਦੇ 'ਚ ਵੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈ, ਇੱਕ ਮਿਊਚੁਅਲ ਬੈਨੀਫਿਟ ਹੈ ਕਿ ਤੁਹਾਨੂੰ ਵੀ ਉਸ ਦੇ ਅਕੋਰਡਿੰਗਲੀ ਪੇਮੈਂਟਸ ਕੀਤੀਆਂ ਜਾਣਗੀਆਂ। ਠੀਕ ਹੈ, ਬਹੁਤੇ ਲੋਕ ਜੌਬਸ ਵੇਚਦੇ ਵੀ ਨੇ। ਬਹੁਤ ਸਾਰੇ ਲੋਕ ਜਿਹੜੀਆਂ ਕਿ 10 ਬੰਦੇ ਇੰਟਰਵਿਊ ਤੇ ਆਏ, 10 ਰਿਜੈਕਟ ਕਰਦੇ, ਕਹਿਣਾ ਮੇਰੇ ਕੰਮ ਦਾ ਨਹੀਂ ਲੱਭਾ, ਤੇ ਉਹ ਆਪਣੀ ਭੂਆ ਦਾ ਪੁੱਤਰ ਬੁਲਾਉਣਾ। ਮਤਲਬ ਇਦਾਂ ਦੀਆਂ ਪ੍ਰੈਕਟਿਸਿਸ ਸਾਰੇ ਪਾਸੇ ਚੱਲਦੀਆਂ ਵੀ ਨੇ। ਐਵਰੀਥਿੰਗ ਇਜ਼ ਪੋਸੀਬਲ। ਸੋ ਬਟ ਜਿਹੜਾ ਤਰੀਕਾ ਆ, ਉਹ ਡਿਗਨੀਫਾਈਡ ਤਰੀਕਾ ਆ, ਜੋ ਸਿਸਟਮੈਟਿਕ ਤਰੀਕਾ ਆ, ਉਹ ਹੀ ਆ ਜੋ ਮੈਂ ਤੁਹਾਨੂੰ ਪਹਿਲਾਂ ਡਿਫਾਈਨ ਕੀਤਾ। ਥੈਂਕ ਯੂ ਸੋ ਮਚ। ਸੋ ਹੋਰ ਵੀ ਕੋਈ ਕੁਐਰੀਜ਼ ਹੋਣ ਤੁਸੀਂ ਸਾਨੂੰ ਜ਼ਰੂਰ ਇਨਬਾਕਸ ਕਰੋ ਔਰ ਅਸੀਂ ਤੁਹਾਡੇ ਉਹਨਾਂ ਕੁਐਰੀਜ਼ ਦਾ ਜਵਾਬ ਦੇਵਾਂਗੇ। ਥੈਂਕ ਯੂ ਸੋ ਮਚ ਸਰ ਕਿ ਤੁਸੀਂ ਹਮੇਸ਼ਾ ਆਉਂਦੇ ਹੋ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਐਨਲਾਈਟਨ ਕਰਦੇ ਹੋ ਇਸ ਸਬਜੈਕਟ ਦੇ ਉੱਤੇ। ਥੈਂਕ ਯੂ ਸੋ ਮਚ। ਸ਼ੁਕਰੀਆ ਸਰ। ਸੋ ਤੁਸੀਂ ਹਮੇਸ਼ਾ ਜੁੜੇ ਰਹਿਣਾ ਹੈ ਪੰਜਾਬ ਐਬਰੋਡ ਦੇ ਨਾਲ। ਅਗਲੇ ਐਪੀਸੋਡਸ ਦੇ ਵਿੱਚ ਅਸੀਂ ਹੋਰ ਚੀਜ਼ਾਂ ਲੈ ਕੇ ਆਵਾਂਗੇ, ਤੁਹਾਡੇ ਹੋਰ ਜੋ ਕੁਐਰੀਜ਼ ਨੇ ਉਹਨਾਂ ਦੀਆਂ ਪਰਤਾਂ ਖੋਲਾਂਗੇ। ਇਸੇ ਤਰ੍ਹਾਂ ਹੀ ਪੰਜਾਬ ਮੇਲ USA ਨੂੰ ਇੰਜੋਏ ਕਰਦੇ ਰਹੋ। ਸਤਿ ਸ਼੍ਰੀ ਅਕਾਲ ਜੀ।